नमस्कार लुधियाना खबरनामा ਵੇਖਣ ਵਾਸਤੇ ਦਰਸ਼ਕਾਂ ਸਵਾਗਤ ਹੈ। ਮੈਂ ਹਾਂ ਪਰਵਿੰਦਰ। तमाम ਖਬਰਾਂ ਤੇ ਨਜ਼ਰ ਪਾਉਂਦੇ ਹਾਂ। ਸ਼ੁਰੂਆਤ ਕਰਦੇ ਹਾਂ ਸੁਰਖੀਆਂ ਦੇ ਨਾਲ। ਲੁਧਿਆਣਾ ਵਿੱਚ ਪੰਜਾਬ ਪੈਟਰੋਲ ਪੰਪ ਐਸੋਸੀਏਸ਼ਨ ਦੀ ਹੋਈ ਅਹਿਮ ਬੈਠਕ। 7 ਨਵੰਬਰ ਤੋਂ ਪੈਟਰੋਲ ਪੰਪ ਖੁੱਲ੍ਹਣ ਦਾ ਸਮਾਂ ਘਟਾਇਆ। ਸਵੇਰੇ 7 ਵਜੇ ਤੋਂ ਸ਼ਾਮ 5 ਵਜੇ ਤੱਕ ਹੀ ਖੁੱਲ੍ਹਣਗੇ ਪੈਟਰੋਲ ਪੰਪ। 22 ਨਵੰਬਰ ਨੂੰ ਇੱਕ ਦਿਨ ਲਈ ਪੈਟਰੋਲ ਪੰਪ ਬੰਦ ਕਰਨ ਦਾ ਵੀ ਕੀਤਾ ਐਲਾਨ। त्रिपुरा ਦੇ ਵਿੱਚ ਮਸਜਿਦਾਂ ਤੇ ਹੋਏ ਹਮਲੇ ਦੇ ਵਿਰੋਧ ਦੇ ਵਿੱਚ ਮੁਸਲਿਮ ਅਹਿਰਾਰ ਇਸਲਾਮ ਹਿੰਦ ਨੇ ਕੀਤਾ ਪੁਤਲਾ ਫੂਕ ਪ੍ਰਦਰਸ਼ਨ। ਸ਼ਾਹੀ ਇਮਾਮ ਪੰਜਾਬ ਨੇ ਕੀਤੀ ਅਗਵਾਈ। ਦੋਸ਼ੀਆਂ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ। ਦੀਵਾਲੀ ਤੋਂ ਪਹਿਲਾਂ ਸਮਾਜਿਕ ਸੰਸਥਾ ਨੇ ਆਰਟਿਸਟ ਵੱਲੋਂ ਤਿਆਰ ਗ੍ਰੀਨ ਦੀਵਾਲੀ ਦਾ ਪੋਸਟਰ ਕੀਤਾ ਜਾਰੀ। ਲੋਕਾਂ ਨੂੰ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਉਣ ਦਾ ਦਿੱਤਾ ਸੁਨੇਹਾ। ਖੰਨਾ ਪੁਲਿਸ ਨੇ ਏਟੀਐਮ ਲੁੱਟ ਗਿਰੋਹ ਦਾ ਕੀਤਾ ਪਰਦਾਫਾਸ਼। ਗੈਂਗ ਦੇ 3 ਮੈਂਬਰਾਂ ਨੂੰ ਕੀਤਾ ਕਾਬੂ। ਏਟੀਐਮ ਕਾਰਡ ਸਕੈਨ ਕਰਕੇ ਪੈਸੇ ਕੱਢ ਲੈਂਦਾ ਸੀ ਗਿਰੋਹ। 35 ਏਟੀਐਮ ਕਾਰਡ ਅਤੇ 2 ਮਸ਼ੀਨਾਂ ਵੀ ਹੋਈਆਂ ਬਰਾਮਦ। ਤੇ ਬੁਲੇਟਿਨ ਦਾ ਆਗਾਜ਼ ਕਰਦੇ ਹਾਂ। ਪੈਟਰੋਲ ਪੰਪ ਡੀਲਰ ਐਸੋਸੀਏਸ਼ਨ ਦੇ ਵੱਲੋਂ ਸ਼ਹਿਰ ਦੇ ਵਿੱਚ ਸ਼ੁੱਕਰਵਾਰ ਨੂੰ ਇੱਕ ਅਹਿਮ ਬੈਠਕ ਕੀਤੀ ਗਈ, ਜਿਸ ਦੇ ਵਿੱਚ ਉਹਨਾਂ ਕਿਹਾ ਕਿ ਪੰਜਾਬ ਦੇ ਵਿੱਚ 50% ਪੰਪ ਘੱਟ ਦੇ ਵਿੱਚ ਆ ਰਹੇ ਨੇ। ਉਹਨਾਂ ਕਿਹਾ ਕਿ 7 ਨਵੰਬਰ ਤੋਂ ਸਵੇਰੇ 7 ਵਜੇ ਤੋਂ ਸ਼ਾਮ 5 ਵਜੇ ਤੱਕ ਹੀ ਪੰਪ ਖੋਲ੍ਹੇ ਜਾਣਗੇ। ਜੇਕਰ ਇਸ ਦੇ ਨਾਲ ਵੀ ਸਰਕਾਰ ਨਾ ਜਾਗੀ ਤਾਂ 22 ਨਵੰਬਰ ਨੂੰ ਇੱਕ ਦਿਨ ਲਈ ਪੈਟਰੋਲ ਪੰਪ ਪੂਰੇ ਤਰ੍ਹਾਂ ਬੰਦ ਰੱਖੇ ਜਾਣਗੇ। ਸਾਡੇ 2 ਏਜੰਡੇ ਨੇ ਜੀ। ਪਹਿਲਾ ਤਾਂ ਹੈਗਾ ਕਿ ਜਿਹੜਾ ਪੰਜਾਬ ਵਿੱਚ ਪੜੋਸੀਆਂ ਰਾਜਾਂ ਤੋਂ ਜ਼ਿਆਦਾ ਵੈਟ ਹੈਗਾ, ਉਹ ਵੈਟ ਘਟਾਇਆ ਜਾਵੇ ਪੈਟਰੋਲ ਡੀਜ਼ਲ ਤੇ ਬਰਾਬਰ ਕੀਤਾ ਜਾਵੇ ਜਾਂ ਘੱਟ ਕੀਤਾ ਜਾਵੇ। ਦੂਜਾ ਹੈਗਾ ਕਿ ਸਾਡਾ ਜਿਹੜਾ ਡੀਲਰ ਮਾਰਜਨ ਹੈਗਾ 2017 ਤੋਂ ਕੰਪਨੀਆਂ ਨਹੀਂ ਵਧਾਇਆ ਹੈਗਾ, ਉਹ ਸਾਡਾ ਬਰਾਬਰ ਵਧਾਇਆ ਜਾਵੇ ਤਾਂ ਕਿ ਅਸੀਂ ਅੱਜ ਦੇ ਖਰਚੇ ਵਹਿਨ ਕਰਨ ਜੋਗੇ ਹੋਈਏ। ਤੇ ਸਰ ਤੁਸੀਂ ਪੰਪ ਵੀ ਬੰਦ ਰੱਖ ਰਹੇ ਹੋ ਕਿ ਕਿੰਨੇ ਟਾਈਮ ਤੋਂ ਲੈ ਕੇ ਕਿੰਨੇ ਵਜੇ ਤੱਕ ਵੀ ਬੰਦ ਰਹੂਗਾ ਤੇ ਕਦੋਂ ਦੀ ਹੜਤਾਲ ਹੈ ਤੇ ਕੀ ਟਾਈਮਿੰਗ ਹੋਏਗੀ ਪੰਪ? ਦੇਖੋ ਜੀ 7 ਤਰੀਕ ਨੂੰ ਅਸੀਂ ਡਿਸਾਈਡ ਕੀਤਾ ਹੈਗਾ ਕਿ ਪਬਲਿਕ ਨੂੰ ਤਿਉਹਾਰ ਨਿਕਲ ਜਾਣ। 7 ਤਰੀਕ ਤੋਂ ਅਸੀਂ ਜਿਹੜੇ ਹੈਗੇ ਸਵੇਰੇ 7 ਵਜੇ ਤੋਂ ਸ਼ਾਮ ਨੂੰ 5 ਵਜੇ ਤੱਕ ਪੰਪ ਦੀ ਟਾਈਮਿੰਗ ਕਰਤੀ ਹੈਗੀ। ਸਾਰੇ ਪਵਾ ਸਕਦੇ, ਕੋਈ ਦਿੱਕਤ ਨਹੀਂ ਹੈਗੀ ਉਹਦੇ ਵਿੱਚ। ਲੇਕਿਨ ਸਾਡਾ ਇਹਦੇ ਨਾਲ ਇੱਕ ਫਾਇਦਾ ਜ਼ਰੂਰ ਹੋਗਾ, ਸਾਡੇ ਖਰਚੇ ਥੋੜ੍ਹੇ ਜਿਹੇ ਘੱਟ ਜਾਣਗੇ, ਰਾਈਟ। ਅਤੇ ਦੂਜਾ ਇਹ ਪ੍ਰੋਟੈਸਟ ਦਾ ਤਰੀਕਾ ਹੋ ਜਾਏਗਾ ਕਿ ਜੀ ਅਸੀਂ ਹੁਣ ਪੰਜਾਬ ਸਰਕਾਰ ਦੀ ਜਿਹੜੀ ਨੀਤੀਆਂ ਦੇ ਨੇ ਉਹ ਸਾਡਾ ਸਾਥ ਨਹੀਂ ਦੇ ਰਹੀਆਂ ਹੈਗੀਆਂ। ਅਸੀਂ ਉਹਨਾਂ ਦੇ ਅਗੇਂਸਟ ਪ੍ਰੋਟੈਸਟ ਕਰ ਰਹੇ। ਅਤੇ ਕੰਪਨੀ ਦੀ ਜਿਹੜੀ ਨੀਤੀ ਹੈਗੀ ਹੈ ਕਿ ਸਾਡੇ ਖਰਚੇ ਵਧੀ ਜਾਂਦੇ ਨੇ, ਸਾਡਾ ਡੀਲਰ ਮਾਰਜਨ ਨਹੀਂ ਰਿਵਾਈਜ਼ ਕਰਦੀ, ਉਹਦੇ ਅਗੇਂਸਟ ਪ੍ਰੋਟੈਸਟ ਕਰ ਰਹੇ। ਅਸ਼ੋਕ ਸਚਦੇਵਾ ਜੀ, ਮੈਂ ਪੈਟਰੋਲੀਅਮ ਡੀਲਰ ਐਸੋਸੀਏਸ਼ਨ ਦਾ ਚੇਅਰਮੈਨ ਹਾਂ। ਤੁਸੀਂ ਜਿਹੜਾ ਕੁਐਸਚਨ ਮੈਨੂੰ ਪੁੱਛਣਾ ਚਾਹੁੰਦੇ ਹੋ, ਮੈਂ ਤੁਹਾਨੂੰ ਪਹਿਲਾਂ ਹੀ ਦੱਸ ਦਿੰਦਾ। ਤੁਹਾਡਾ ਮਸਲਾ ਹੈ ਵੀ ਅਸੀਂ ਸਟ੍ਰਾਈਕ ਕਿਉਂ ਕਰ ਰਹੇ ਹਾਂ। ਅਸੀਂ ਸਟ੍ਰਾਈਕ ਨਹੀਂ ਕਰ ਰਹੇ ਹੈਗੇ, ਅਸੀਂ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਅਸੀਂ ਪਬਲਿਕ ਨੂੰ ਹੈਰਸ ਨਹੀਂ ਕਰ ਰਹੇ ਹੈਗੇ, ਪਹਿਲੀ ਗੱਲ ਸਮਝ ਲਓ। ਅੱਜ ਤੁਸੀਂ ਮੇਰੀ ਰਿਕਾਰਡਿੰਗ ਕਰ ਰਹੇ ਹੋ, ਤੁਸੀਂ ਆਪਣੇ ਆਪ ਦੇਖ ਲਓ, ਤੁਸੀਂ ਵੀ ਕੰਜ਼ਿਊਮਰ ਹੋ। ਇੱਕ 60 ਰੁਪਏ ਵਾਲੀ ਚੀਜ਼ 70 ਵਾਲੀ ਚੀਜ਼ ਅੱਜ ਤੁਸੀਂ 110 ਰੁਪਏ 'ਚ ਲੈ ਰਹੇ ਹੋ, ਤੁਹਾਡਾ ਬਜਟ ਕਿੱਥੇ ਚਲਾ ਗਿਆ ਹੈਗਾ। ਇਸ ਚੀਜ਼ ਨੇ ਸਾਨੂੰ ਇੰਨੇ ਬੁਰੇ ਤਰੀਕੇ ਨਾਲ ਮਾਰ ਦਿੱਤਾ ਗਿਆ ਹੈ ਵੀ ਸਾਡੀਆਂ ਕੁਛ ਕਰੋਨਾ ਕਰਕੇ, ਕੁਛ ਸਾਡਾ ਇਸ ਹਾਲਾਤ ਕਰਕੇ, ਮਹਿੰਗਾਈ ਕਰਕੇ ਅਸੀਂ 50 ਪੈਸੇ 40 ਪੈਸੇ ਡਾਊਨ ਹੋ ਗਏ ਹਾਂ ਆਪਣੀ ਸੇਲਾਂ ਤੋਂ। ਸੋ ਪੰਜਾਬ ਗੌਰਮੈਂਟ ਨੂੰ ਅਸੀਂ ਬੇਨਤੀ ਕਰਦੇ ਹਾਂ ਵੀ ਸਾਨੂੰ ਘੱਟ ਤੋਂ ਘੱਟ ਹੋਰ ਕੁਛ ਨਹੀਂ ਅਤੇ ਸਾਨੂੰ ਇਹਨਾਂ ਨਾਲ ਹੀ ਮੈਚ ਕਰ ਦਿਓ ਬਾਕੀ ਸਟੇਟਾਂ ਨਾਲ। ਹਿਮਾਚਲ ਹੈ, ਹਿਮਾਚਲ ਦੇ ਵਿੱਚ 6.5 ਰੁਪਏ ਲੀਟਰ 6 ਰੁਪਏ ਲੀਟਰ ਦਾ ਅਪਰੋਕਸੀਮੇਟਲੀ ਫਰਕ ਹੈਗਾ। ਤਰੁੱਕਰ ਦੇ ਜਗਰਾਉਂ ਦੇ ਜਿੱਥੇ ਕਿ ਸੜਕ ਹਾਦਸੇ ਨਾਲ ਜੁੜੀ ਹੋਈ ਖਬਰ ਸਾਹਮਣੇ ਆਈ ਹੈ। ਇੱਥੇ ਝੋਨੇ ਨਾਲ ਭਰਿਆ ਹੋਇਆ ਟਰੱਕ ਪਲਟ ਗਿਆ, ਜਿਸ ਦੇ ਚਲਦਿਆਂ 2 ਮੋਟਰਸਾਈਕਲ ਅਤੇ ਇੱਕ ਐਕਟਿਵਾ ਇਸ ਤੇ ਹੇਠਾਂ ਆ ਗਏ, ਪਰ ਜਾਨੀ ਨੁਕਸਾਨ ਤੋਂ ਬਚਾ ਰਿਹਾ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਟਰੱਕ ਓਵਰਲੋਡ ਹੋਣ ਕਰਕੇ ਇਹ ਹਾਦਸਾ ਵਾਪਰਿਆ। ਇਸ ਮਾਮਲੇ ਦੇ ਵਿੱਚ ਫਿਲਹਾਲ ਪੁਲਿਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਮੇਰਾ ਨਾਮ ਮਨਪ੍ਰੀਤ ਹੈ ਜੀ। ਤੁਸੀਂ ਇੱਥੇ ਨਾਈ ਦੇ ਆਏ ਸੀ? ਉਹ ਅਸੀਂ ਜੀ ਬਸ ਮੋਟਰਸਾਈਕਲ ਲਾ ਕੇ ਮਾੜੇ ਅੰਦਰ ਹੀ ਵੜਿਆ ਸੀਗਾ। ਮੈਂ ਮਾੜੇ ਦਾੜੀ ਜੀ ਕਰਾਉਣੀ ਸੀਗੀ, ਅੰਦਰ ਹੀ ਵੜਿਆ ਸੀਗਾ ਹਾਲੇ, ਉਦੋਂ ਨੂੰ ਟਰੱਕ ਪਲਟ ਗਿਆ ਸਾਰਾ। ਇਹ ਥੱਲੇ ਕਿੰਨੇ ਆ ਗਏ ਮੋਟਰਸਾਈਕਲ? ਮੋਟਰਸਾਈਕਲ ਦੋ ਮੋਟਰਸਾਈਕਲ ਆਪਣੇ, 2 ਮੋਟਰਸਾਈਕਲ, ਇੱਕ ਨਵੀਂ ਸਕੂਟਰੀ ਆ ਮੁੰਡੇ ਦੀ। ਹਾਂਜੀ, ਬਾਕੀ ਪਤਾ ਨਹੀਂ ਹੈਗਾ। 3 ਤਾਂ ਮਤਲਬ ਕਨਫਰਮ ਆ ਵੀ 3 ਹੈਗੀਆਂ ਚੀਜ਼ਾਂ। ਇੱਕ ਤਾਂ ਬਿਲਕੁਲ ਨਵਾਂ ਕੱਲ ਹੀ ਕਢਾਇਆ, ਇੱਕ ਤਾਂ ਮੈਂ ਕੱਲ ਨਵਾਂ ਹੀ ਕਢਾਇਆ। ਗੱਡੀ ਦਾ ਬੰਪਰ ਤੋੜਤਾ ਇਹਨਾਂ ਨੇ। ਹਾਂ, ਇੱਕ ਸਕੂਟਰੀ ਦਾ ਦੇਖ ਲਓ ਤੁਸੀਂ, ਹਾਲਾਤ ਦੇਖ ਹੀ ਸਕਦੇ ਹੋ। ਦੇਖੋ ਜਮਾ ਹੀ ਨੱਪਿਆ ਪਿਆ ਕੰਮ। ਮੋਟਰਸਾਈਕਲ ਦਾ ਕੀ ਹਾਲ ਹੋਊਗਾ ਵੀ ਬੋਰੀਆਂ ਨਿਕਲ ਕੇ ਪਤਾ ਲੱਗਣਾ ਜੀ। ਹੋਰ ਤਾਂ ਹੁਣ ਬਾਕੀ ਪਤਾ ਨਹੀਂ। ਇਹ ਦੇਖੋ ਜੀ ਟਰੱਕ ਜਦੋਂ ਬੋਰੀਆਂ ਚੱਕਣਗੇ ਫੇਰ ਹੀ ਪਤਾ ਲੱਗੂਗਾ ਕਨਫਰਮ ਤਾਂ। ਇਹ ਜੀ ਹੁਣ ਓਵਰਲੋਡ ਆ, ਤੁਸੀਂ ਆਪ ਦੇਖ ਲਓ। ਪਾਰਲੇ ਟਰੱਕ ਤੇ ਵਾਢੀ ਤੋਂ ਵੱਧ ਭਰਿਆ ਹੋਇਆ ਜੀ ਉਹ, ਤੇ ਬੋਰੀਆਂ ਦੇਖੋ ਕਿੰਨੀਆਂ ਦੀ ਟਰੱਕ ਤੇ। ਇੱਕ ਸੜਕ ਖਰਾਬ ਸੀਗੀ, ਉਹਦੇ ਕਰਕੇ ਇਹ ਹੋਇਆ। ਜਿੰਨਾ ਜਾਨੀ ਨੁਕਸਾਨ ਨਹੀਂ ਹੋਇਆ ਜੀ। ਮੋਟਰਾਂ ਸੀ 3 ਤੇ ਇੱਕ ਸਕੂਟਰੀ ਥੱਲੇ। ਮੁੰਡਾ ਭੱਜ ਕੇ ਅੰਦਰ ਦੁਕਾਨ ਦੇ ਅੰਦਰ ਵੜ ਗਿਆ ਜੀ।
ਜਿਨ੍ਹਾਂ ਦੇ ਉਹ ਮੋਟਰਸਾਈਕਲ ਸੀ ਉਹ ਕਿੱਥੇ ਗਏ ਬੰਦੇ? ਉਹ ਦੁਕਾਨ ਦੇ ਅੰਦਰ ਹੀ ਵੜ ਗਏ, ਉਹ ਨਾਈ ਦੀ ਦੁਕਾਨ ਅੰਦਰ ਦੇਖ ਲਓ ਤੁਸੀਂ। ਨਾਈ ਦੇ ਆਏ ਸੀ? ਹਾਂਜੀ ਨਾਈ ਦੇ ਆਏ ਜੀ ਉਹ। ਨੁਕਸਾਨ ਹੋਰ ਕਿੰਨਾ ਕੁ ਹੋਇਆ? ਨੁਕਸਾਨ ਬਾਈ ਮੋਟਰਸਾਈਕਲ ਹੀ ਆ, ਇੱਕ ਨਵਾਂ ਮੋਟਰਸਾਈਕਲ ਸੀ, ਇੱਕ ਸਕੂਟਰੀ ਆ, ਇੱਕ ਪੁਰਾਣਾ ਮੋਟਰਸਾਈਕਲ ਸੀ ਕਿਸੇ ਦਾ ਜੀ। 3 ਮੋਟਰਸਾਈਕਲ ਤੇ ਇੱਕ ਸਕੂਟਰੀ ਆ ਜੀ ਥੱਲੇ ਜੀ। ਇਹ ਗਲਤੀ ਕਿਹਦੀ ਸੀ? ਗਲਤੀ ਜੀ ਇੱਕ ਤਾਂ ਸੜਕ ਵਾਲੇ ਆ ਜੀ, ਤੁਸੀਂ ਦੇਖੋ ਜੀ ਉਹ ਸੜਕ ਤੇ ਥੋੜਾ ਨਕਸ਼ਾ ਉਹ ਬਣਿਆ ਹੋਇਆ। ਦੂਜੀ ਜੀ ਇੱਕ ਜੋ ਟਰੱਕ ਓਵਰਲੋਡ ਆ, ਦੇਖੋ ਤੁਸੀਂ ਟਰੱਕ ਦੇ ਵੱਧ ਬੋਰੀਆਂ ਪਾਉਣ ਕਰਕੇ ਹੋਇਆ ਹੋਇਆ ਜੀ। ਇਹ ਪੁਲਿਸ ਨੂੰ ਸੋਚਣਾ ਚਾਹੀਦਾ ਪਹਿਲਾਂ ਵੀ ਬੋਰੀਆਂ ਘੱਟ ਪਾਉਣੀ ਚਾਹੀਦੀ ਇਹਨਾਂ ਨੂੰ। ਤੁਸੀਂ ਕੀ ਮੰਗ ਚਾਹੁੰਦੇ ਹੋ? ਚਾਹੁੰਦੇ ਤਾਂ ਬਸ ਇੰਨਾ ਹੀ ਆ ਵੈਸੇ ਜੀ ਵੀ ਟਰੱਕਾਂ ਜੁਣੀ ਵਾ ਜਿਹੜੀ ਆ ਜੀ, ਇਹਨਾਂ ਨੂੰ ਬਸ ਕਹਿਣਾ ਚਾਹੀਦਾ ਵੀ ਓਵਰਲੋਡ ਨਹੀਂ ਪਾਉਣਾ ਚਾਹੀਦਾ ਇਹਨਾਂ ਨੂੰ। ਇਹ ਬੋਈ ਟਪਾਣ ਲੱਗੇ ਆ ਉਧਰੋਂ ਚੌ ਗਈ ਆ ਵੀ ਮਤਲਬ ਪਿਛਲੇ ਟਾਇਰ ਚ ਹੋ ਗਿਆ, ਇੱਧਰ ਨੂੰ ਪਲਟ ਗਈ ਆ। ਵਿੱਚ ਗੱਡੀ ਦੇ ਕਿੰਨੇ ਸੀ? ਹੋਰ ਗੱਡੀ ਡਰਾਈਵਰ ਹੀ ਸੀ ਜੀ, ਡਰਾਈਵਰ ਹੀ ਸੀ, ਇਕੱਲੇ ਹੀ ਸੀ। ਹਾਂਜੀ ਬੰਦਾ ਬਚ ਗਿਆ? ਹਾਂਜੀ ਬਚ ਗਿਆ। ਉਹ ਕਿੱਥੇ ਗਿਆ? ਉਹ ਪਤਾ ਨਹੀਂ ਇੱਥੇ ਹੀ ਗਏ ਸੀ। ਆ ਸਾਡੀ ਤਾਂ ਪਿਛਲੀ ਗੱਡੀ ਹੈ। ਉਹ ਗੱਡੀ ਇੱਕ ਠੀਕ। ਹਾਂਜੀ। ਉਧਰ ਪੰਜਾਬ ਸਟੇਟ ਮਿਨਿਸਟਰੀ ਸਰਵਿਸ ਯੂਨੀਅਨ ਦੇ ਵੱਲੋਂ ਅੱਜ ਆਪਣੀ ਹੱਕੀ ਮੰਗਾਂ ਨੂੰ ਲੈ ਕੇ ਪੈਦਲ ਮਾਰਚ ਕੀਤਾ ਗਿਆ। ਤੁਹਾਨੂੰ ਦੱਸੀਏ ਕਿ ਇਹਨਾਂ ਮੁਲਾਜ਼ਮਾਂ ਦੇ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਮੰਗਾਂ ਨੂੰ ਲੈ ਕੇ ਸੰਘਰਸ਼ ਕੀਤਾ ਜਾ ਰਿਹਾ, ਪਰ ਹਾਲੇ ਤੱਕ ਕਿਸੇ ਵੀ ਅਧਿਕਾਰੀ ਵੱਲੋਂ ਇਹਨਾਂ ਦੀ ਸਾਰ ਨਹੀਂ ਲਈ ਗਈ ਹੈ, ਜਿਸ ਦੇ ਰੋਸ ਵਜੋਂ ਅੱਜ ਇਹਨਾਂ ਦੇ ਵੱਲੋਂ ਪੈਦਲ ਮਾਰਚ ਕੀਤਾ ਗਿਆ ਤਾਂ ਜੋ ਜ਼ਿਲ੍ਹਾ ਪ੍ਰਸ਼ਾਸਨ ਦੇ ਨਾਲ ਆਮ ਲੋਕਾਂ ਨੂੰ ਵੀ ਸਰਕਾਰ ਦੀਆਂ ਨੀਤੀਆਂ ਤੋਂ ਜਾਣੂ ਕਰਵਾਇਆ ਜਾ ਸਕੇ। ਇਸ ਮੌਕੇ ਗੱਲਬਾਤ ਕਰਦੇ ਯੂਨੀਅਨ ਆਗੂਆਂ ਨੇ ਕਿਹਾ ਕਿ ਮੰਗਾਂ ਨਾ ਮੰਨੇ ਜਾਣ ਤੱਕ ਇਹ ਸੰਘਰਸ਼ ਇਸੇ ਤਰ੍ਹਾਂ ਚੱਲਦਾ ਰਹੇਗਾ। ਪ੍ਰਧਾਨ PMAG ਯੂਨਿਟ ਲੁਧਿਆਣਾ, ਇਹ ਜਿਹੜੀ ਰੋਸ ਰੈਲੀ ਅੱਜ ਇਹ ਪੰਜਾਬ ਸਰਕਾਰ ਦੀਆਂ ਜਿਹੜੀਆਂ ਲਾਰੇ ਲੱਪੇ ਦੀ ਨੀਤੀ ਆ ਉਹ ਤੋਂ ਅੱਕ ਕੇ ਅੱਜ ਅਸੀਂ 8 ਤਰੀਕ ਤੋਂ ਲੈ ਕੇ ਸਾਡੀ ਜਿਹੜੀ 31 ਤੱਕ ਚੱਲ ਰਹੀ ਆ ਸਟ੍ਰਾਈਕ, ਉਹਦੇ ਦੌਰਾਨ ਸਾਨੂੰ ਦੇਣੀ ਪਈ। ਅੱਜ ਅਸੀਂ 21 ਦਿਨਾਂ ਬਾਅਦ ਵੇਟ ਕਰਨ ਤੋਂ ਉਪਰੰਤ ਅਸੀਂ ਸੜਕਾਂ ਤੇ ਆਏ ਆ, ਪਰ ਇੰਨੀ ਢੀਠ ਸਰਕਾਰ ਮੈਂ ਪਹਿਲੀ ਵਾਰ ਦੇਖੀ ਆ, ਕਿਉਂਕਿ ਮੇਰੀ ਵੀ ਲੰਬੀ ਸਰਵਿਸ ਹੋ ਗਈ ਆ, ਅਸੀਂ ਵੀ ਯੂਨੀਅਨਾਂ 'ਚ ਕੰਮ ਕਰ ਰਹੇ ਹਾਂ, ਪਰ ਇੰਨੀ ਢੀਠ ਸਰਕਾਰ ਮੈਂ ਅੱਜ ਤੱਕ ਨਹੀਂ ਦੇਖੀ। ਇਹ ਜਿਹੜਾ ਸਾਡਾ 1/16 ਤੋਂ ਬਾਅਦ ਦੇ ਸਾਥੀ ਨੇ, ਉਹਨਾਂ ਨੂੰ ਕੋਈ ਫਾਰਮੂਲਾ ਜੇ 15% ਦੇਣਾ ਤਾਂ ਏਰੀਅਰ ਨਹੀਂ ਦੇਣਾ, ਉਹਦੀ ਕਲੈਰੀਫਿਕੇਸ਼ਨ ਅਸੀਂ 15% ਲੈ ਕੇ ਰਹਿਣਾ ਵਾ। NPS ਜਿਹੜੀ ਉਹ ਲਾਗੂ ਕਰਾ ਕੇ ਰਹਿਣੀ ਆ, DA ਦੀ ਜਿਹੜੀ ਨੋਟੀਫਿਕੇਸ਼ਨ ਲੈ ਕੇ ਰਹਿਣੀ ਆ। ਬਾਕੀ ਜਿਹੜੀਆਂ ਸਾਡੀਆਂ ਮਾਰੂ ਨੋਟੀਫਿਕੇਸ਼ਨਾਂ ਜਾਰੀ ਕੀਤੀਆਂ ਸੀ ਉਹ ਅਸੀਂ ਵਾਪਸ ਕਰਾ ਕੇ ਹੀ ਜਿਹੜੀ ਆ ਹੜਤਾਲ ਤੋਂ ਵਾਪਸ ਆਵਾਂਗੇ। ਖਜ਼ਾਨਾ ਦਫ਼ਤਰ ਦੇ ਵਿੱਚ ਬੈਠੇ ਸੀਗੇ ਅਸੀਂ, ਖਜ਼ਾਨੇ ਵਾਲਿਆਂ ਦਾ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਕਿ ਸਾਡਾ ਬਹੁਤ ਸਾਥ ਦਿੱਤਾ। ਸਾਰੇ ਮੁਲਾਜ਼ਮ ਸਾਥੀ ਸਾਡੇ ਇਸ ਗੱਲ ਤੋਂ ਜਿਹੜੇ 1/16 ਦੇ ਵਿੱਚ ਹੈ ਸਾਥੀਓ, ਉਹਨਾਂ ਦੀ ਸਰਕਾਰ ਉਹਨਾਂ ਦੀ ਤਨਖਾਹ ਤੇ 4 ਕਲਾਸ ਦੀ ਤਨਖਾਹ ਇੱਕ ਬਰਾਬਰ ਹੋ ਗਈ ਹੈ। ਤੁਸੀਂ ਦੱਸੋ ਉਹਨਾਂ ਦੇ ਪੜ੍ਹਨ ਦਾ ਕੀ ਫਾਇਦਾ, ਜਿਹੜੇ ਉਹਨਾਂ ਦੀ ਡਿਗਰੀਆਂ ਕਰਨ ਦਾ ਕੀ ਫਾਇਦਾ, ਉਹਨਾਂ ਦੇ ਟਾਈਪ ਟੈਸਟ ਕਰਨ ਦਾ ਕੀ ਫਾਇਦਾ ਹੈ ਨਾ ਜੀ। ਇੱਕ ਅਨਪੜ੍ਹ ਬੰਦਾ 8ਵੀਂ ਪਾਸ ਵੀ 18,000 ਰੁਪਇਆ ਲੈ ਰਿਹਾ, ਜਿਹੜਾ BA ਕੀਤੀ ਹੋਈ ਹੈ ਤੇ ਕੋਰਸ ਕੀਤਾ ਹੋਇਆ ਕੰਪਿਊਟਰ ਦਾ, BCA ਕੀਤੀ ਹੋਈ ਹੈ। ਬੱਚਿਆਂ ਨੇ ਬਹੁਤ ਇੰਟੈਲੀਜੈਂਟ ਹੈ ਜਿਹੜੇ ਕਿ ਸਾਡੇ ਡਿਪਾਰਟਮੈਂਟ ਦੇ ਵਿੱਚ ਨੁਮਾਇੰਦੇ ਹੈ, ਕਲੈਰੀਕਲ ਦੇ ਸਟਾਫ ਦੇ ਮੈਂਬਰ ਹੈ, ਉਹਨਾਂ ਦੀ 19,000 ਰੁਪਇਆ ਮੈਂ ਆਪਣੇ ਹੱਥਾਂ ਨਾਲ ਫਿਕਸ ਕੀਤੀ ਹੈ। ਮੈਂ PNT ਤੇ ਕੰਮ ਕਰਦਾ, ਮੈਂ ਇਸ ਤੇ ਭਲੀ ਭਾਂਤ ਜਾਣੂ ਹੈ। ਸੂਬੇ ਭਰ ਦੇ ਵਿੱਚ ਕਲਮ ਛੋੜ ਹੜਤਾਲ, ਪੈਂਡਲ ਹੜਤਾਲ ਔਰ ਕੰਪਿਊਟਰ ਟੂਲ ਹੜਤਾਲ ਤੇ ਚੱਲ ਰਹੇ ਆ, ਕਿਉਂਕਿ ਜਿਹੜੀ ਇਹ ਸਰਕਾਰ ਹੈ ਗੂੰਗੀ ਤੇ ਬੋਲੀ ਸਰਕਾਰ, ਇਹਨੇ ਪਿਛਲੇ 4.5 ਸਾਲ ਦੇ ਵਿੱਚ ਪਹਿਲਾਂ ਕੈਪਟਨ ਸਰਕਾਰ ਨੇ ਤੇ ਹੁਣ ਜਿਹੜਾ ਚੰਨੀ ਮੁੱਖ ਮੰਤਰੀ ਬਣਾਇਆ ਗਿਆ, ਜਿਹਨੇ ਇਹ ਵਾਅਦੇ ਕੀਤੇ ਸੀ ਕਿ ਮੈਂ ਆਂਦੇ ਸਾਰੇ ਦੇ ਮਸਲੇ ਹੱਲ ਕਰੂੰਗਾ, ਉਹਨੇ ਵੀ ਬਿਲਕੁਲ ਸਿਰੇ ਤੋਂ ਮੁਲਾਜ਼ਮਾਂ ਨੂੰ ਅਨੋਖਾ ਕੀਤਾ ਹੋਇਆ, ਇੱਕ ਸਾਈਡ ਤੇ ਕਰਤਾ। ਉਹਨਾਂ ਦਾ ਬਿਲਕੁਲ ਵੀ ਧਿਆਨ ਨਹੀਂ ਦੇ ਰਿਹਾ। ਸਾਡੀਆਂ ਬਹੁਤ ਹੀ ਮਹੱਤਵਪੂਰਨ ਮੰਗਾਂ, ਪੁਰਾਣੀ ਪੈਨਸ਼ਨ ਦੀ ਗੱਲ ਹੋਵੇ, ਸਾਡੇ ਇੱਕ ਲੰਗੜੇ ਪੇ ਕਮਿਸ਼ਨ ਦੀ ਗੱਲ ਹੋਵੇ, ਸਾਡੇ 15% ਫਾਰਮਰ ਦੀ ਗੱਲ ਹੋਵੇ, ਨਵੇਂ ਸਾਥੀ ਜਿਹੜੇ ਕਿ 16 ਤੋਂ ਬਾਅਦ ਭਰਤੀ ਹੋਏ ਨੇ ਉਹਨਾਂ ਦੀ ਕੈਲਕੂਲੇਸ਼ਨ ਦੀ ਗੱਲ ਹੋਵੇ, ਜਾਂ ਹੋਰ ਵੀ ਸਾਡੇ ਏਰੀਆ DA ਦੀ ਏਰੀਆ ਦੀ ਗੱਲ ਹੋਵੇ, ਬਿਲਕੁਲ ਹੀ ਅੱਖਾਂ ਬੰਦ ਕਰਕੇ ਬੈਠੇ ਨੇ। ਇਹਨਾਂ ਦਾ ਜਿਹੜਾ ਵਿਚੋਲੀਆ ਵਾ, ਸਭ ਤੋਂ ਮਾੜਾ ਬੰਦਾ, ਮਾੜੀ ਸੋਚ ਵਾਲਾ ਵਿੱਤ ਮੰਤਰੀ ਪੰਜਾਬ, ਜਿਹੜਾ ਕਿਸੇ ਵੀ ਮੁੱਖ ਮੰਤਰੀ ਨੂੰ ਚੱਲਣ ਨਹੀਂ ਦੇ ਰਿਹਾ, ਕਿਸੇ ਵੀ ਮੁੱਖ ਮੰਤਰੀ ਨੂੰ ਕੰਮ ਨਹੀਂ ਕਰਨ ਦੇ ਰਿਹਾ, ਔਰ ਮੁਲਾਜ਼ਮਾਂ ਦੇ ਸਿਰੇ ਤੋਂ ਖਿਲਾਫ ਹੈ। ਕੋਈ ਵੀ ਜਾਣਦਾ ਕਿ ਮੁਲਾਜ਼ਮ ਜਿਹੜੇ ਕੋਵਿਡ ਦੀ ਡਿਊਟੀ ਕਰਦੇ ਨੇ, ਮੁਲਾਜ਼ਮ ਹਰ ਤਰ੍ਹਾਂ ਦੀ ਸਰਕਾਰ ਜਿਹੜੀ ਡਿਊਟੀ ਲਾਉਂਦੀ ਹੈ, ਉਹ ਘਰਾਂ 'ਚ ਜਾ ਕੇ ਸਾਡਾ ਲੇਡੀ ਸਟਾਫ, ਸਾਡਾ ਜੈਂਟ ਸਟਾਫ ਕੰਮ ਕਰਦਾ ਵਾ। ਤ੍ਰਿਪੁਰਾ ਦੇ ਵਿੱਚ ਮਸਜਿਦਾਂ ਤੇ ਹੋ ਰਹੇ ਹਮਲਿਆਂ ਦੀ ਕਰੜੇ ਸ਼ਬਦਾਂ ਦੇ ਵਿੱਚ ਨਿੰਦਾ ਕਰਦਿਆਂ ਹੋਏ ਇਤਿਹਾਸਿਕ ਜਾਮਾ ਮਸਜਿਦ ਲੁਧਿਆਣਾ ਦੇ ਬਾਹਰ ਵੱਡੀ ਗਿਣਤੀ ਵਿੱਚ ਮੁਸਲਿਮ ਭਾਈਚਾਰੇ ਦੇ ਵੱਲੋਂ ਇਕੱਠਾ ਹੋ ਕੇ ਤ੍ਰਿਪੁਰਾ ਸਰਕਾਰ ਦਾ ਪੁਤਲਾ ਫੂਕ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਸ਼ਾਹੀ ਇਮਾਮ ਪੰਜਾਬ ਮੌਲਾਨਾ ਮੁਹੰਮਦ ਉਸਮਾਨ ਲੁਧਿਆਣਵੀ ਨੇ ਕਿਹਾ ਹੈ ਕਿ ਦੇਸ਼ ਦੇ ਵਿੱਚ ਫਿਰਕਾ ਪ੍ਰਸਤਾਂ ਦੇ ਵੱਲੋਂ ਕੀਤੀਆਂ ਜਾ ਰਹੀਆਂ ਸਿਆਸਤਾਂ ਹੁਣ ਸਭ ਤੋਂ ਹੇਠਲੇ ਪਾਇਦਾਨ ਤੇ ਚਲੇ ਗਈਆਂ ਨੇ। ਸ਼ਾਹੀ ਇਮਾਮ ਪੰਜਾਬ ਨੇ ਕਿਹਾ ਹੈ ਕਿ ਭਾਰਤੀ ਮੁਸਲਮਾਨਾਂ ਨੇ ਹਮੇਸ਼ਾ ਹੀ ਹੱਕ ਅਤੇ ਸੱਚਾਈ ਦੀ ਗੱਲ ਕੀਤੀ ਹੈ। ਲੁਧਿਆਣਾ ਦੀ ਇਤਿਹਾਸਿਕ ਜਾਮਾ ਮਸਜਿਦ ਦੇ ਬਾਹਰ ਮਜਲਿਸ ਅਹਿਰਾਰ ਇਸਲਾਮ ਵੱਲੋਂ ਤ੍ਰਿਪੁਰਾ ਜਿਹੜਾ ਸਾਡੀ ਇੱਕ ਸਟੇਟ ਹੈ ਭਾਰਤ ਦੀ, ਔਰ ਉੱਥੇ ਪਿਛਲੇ 1 ਹਫ਼ਤੇ ਤੋਂ ਲਗਾਤਾਰ ਕਈ ਮਸਜਿਦਾਂ ਜਿਹੜੀਆਂ ਹੈ ਉਹਨਾਂ ਨੂੰ ਨੁਕਸਾਨ ਪਹੁੰਚਾਇਆ ਗਿਆ, ਅੱਗ ਲਾਈ ਗਈ ਹੈ। ਔਰ ਬੜੇ ਅਫਸੋਸ ਦੀ ਗੱਲ ਹੈ
ਕਿ ਪੂਰੇ ਦੇਸ਼ ਦਾ ਜਿਹੜਾ ਨੈਸ਼ਨਲ ਮੀਡੀਆ ਹੈ ਸਾਡਾ, ਜਿਹਨੂੰ ਅਸੀਂ ਆਮ ਜ਼ੁਬਾਨ 'ਚ ਗੋਦੀ ਮੀਡੀਆ ਕਹਿਣ ਲੱਗ ਪਏ ਹਾਂ, ਉਹਨਾਂ 'ਚੋਂ ਕਿਸੇ ਵੀ ਚੈਨਲ ਨੇ ਹਜੇ ਤੱਕ ਤ੍ਰਿਪੁਰਾ 'ਚ ਜਿਹੜੀਆਂ ਘੱਟ ਗਿਣਤੀਆਂ ਦੇ ਨਾਲ ਧੱਕਾ ਹੋ ਰਿਹਾ, ਜ਼ੁਲਮ ਹੋ ਰਿਹਾ, ਜ਼ਿਆਦਤੀ ਹੋ ਰਹੀ ਹੈ, ਔਰ ਉੱਥੇ ਦੀ ਜਿਹੜੀ ਸਰਕਾਰ ਹੈ, ਜਿਹੜੀ ਕਿ ਉੱਥੇ ਦੀ ਭਾਜਪਾ ਦੀ ਸਟੇਟ ਗਵਰਨਮੈਂਟ ਜਿਹੜੀ ਹੈ, ਉਹ ਬਿਲਕੁਲ ਚੁੱਪ ਹੈ ਹੁਣ ਤੱਕ। ਇਸ ਲਈ ਮੈਂ ਸਮਝਦਾ ਹਾਂ ਕਿ ਹੱਕ ਔਰ ਸੱਚਾਈ ਦੀ ਆਵਾਜ਼ ਚੱਕਣਾ ਹਰੇਕ ਭਾਰਤੀ ਦੇ ਉੱਤੇ ਲਾਜ਼ਮ ਹੈ। ਅਸੀਂ ਅੱਜ ਦੇ ਰੋਸ ਪ੍ਰਦਰਸ਼ਨ ਦੇ ਰਾਹੀਂ ਭਾਰਤ ਦੇ ਜਿਹੜੇ ਰਾਸ਼ਟਰਪਤੀ ਨੇ ਮਾਨਯੋਗ ਜਨਾਬ ਸ਼੍ਰੀ ਰਾਮਨਾਥ ਕੋਵਿੰਦ ਜੀ, ਉਹਨਾਂ ਨੂੰ ਬੇਨਤੀ ਕਰਨਾ ਚਾਹੁੰਦੇ ਕਿ ਸਟੇਟ ਗਵਰਨਮੈਂਟ ਨੂੰ ਅਗਰ ਕਵਾਂਗੇ, ਕਿਉਂਕਿ ਹੁਣ ਤਾਂ ਸਰਕਾਰ ਨੇ ਫਿਰਕਾ ਪ੍ਰਸਤੀ ਦੀ ਐਨਕ ਪਾ ਲਈ ਹੈ ਜੀ। ਇੰਡੀਅਨ ਸਟਾਕ ਐਸੋਸੀਏਸ਼ਨ ਦੇ ਵੱਲੋਂ ਲੁਧਿਆਣਾ ਦੇ CMC ਵਿਖੇ ਇੱਕ ਕਾਨਫਰੰਸ ਕੀਤੀ ਗਈ, ਜਿਸ ਦੇ ਵਿੱਚ ਉਹਨਾਂ ਆਧੁਨਿਕ ਸਮੇਂ ਦੇ ਵਿੱਚ ਵੱਧਦੇ ਸਟਾਕਸ ਅਤੇ ਬ੍ਰੇਨ ਅਟੈਕ ਦੇ ਮਾਮਲਿਆਂ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ। ਕਾਨਫਰੰਸ ਦੇ ਵਿੱਚ ਮੌਜੂਦ ਡਾਕਟਰਾਂ ਨੇ ਦੱਸਿਆ ਕਿ ਭਾਰਤ ਦੇ ਵਿੱਚ ਹਰ ਸਾਲ 18 ਲੱਖ ਨਵੇਂ ਕੇਸ ਸਾਹਮਣੇ ਆਉਂਦੇ ਨੇ, ਜਦਕਿ 42 ਤੋਂ 43% ਲੋਕਾਂ ਦੀ ਜਾਨ ਜਾਂਦੀ ਹੈ। Dr. Jayraj Durai Pandian, Principal, Christian Medical College, Ludhiana, President Indian Stock Association and Vice President World Stock Organization। आज हमने जो प्रेस कॉन्फ्रेंस ऑर्गेनाइज किया है, कल वर्ल्ड स्ट्रोक डे है। स्ट्रोक और ब्रेन अटैक ये बहुत खतरनाक बीमारी है। उसके बारे में अवेयरनेस क्रिएट करने के लिए पब्लिक की नॉलेज होना चाहिए। ये जब स्ट्रोक होगा तो पेशेंट को चेहरा थोड़ा सा टेढ़ा हो जाता है और ये जो हाथ और पैर कमज़ोर हो जाते हैं, एक साइड पैरालिसिस, और कभी कभी बोलने में भी दिक्कत आती है, समझ आने की भी दिक्कत आ जाती है। और ऐसा कोई सिम्टम्स होगा तो फिर एकदम तुरंत जो स्ट्रोक रेडी हॉस्पिटल कहते हैं, जो वहाँ पे CT स्कैन और न्यूरोलॉजिस्ट जो स्ट्रोक की स्पेशल ट्रीटमेंट देती हैं, वहाँ पे पहुँचना है। CMC लुधियाना में ये सारा कुछ फैसिलिटी है। जो इंटरनेशनल में जो ट्रीटमेंट है, दुनिया में ट्रीटमेंट हो रहा है स्ट्रोक का, वो सारा फैसिलिटीज़ यहाँ पे अवेलेबल है। ये 4.5 घंटे के अंदर पहुँचेंगे तो फिर एक टीका लगा सकते हैं, क्लॉट बस्टिंग इंजेक्शन कहते हैं, और 24 घंटे के अंदर भी कुछ पेशेंट्स को हम एक स्टेंट से हम दिमाग से वो क्लॉट निकाल सकते हैं। जी मेरे हस्बैंड का इलाज होया। मेरे हस्बैंड ਨੂੰ ਇੱਕਦਮ 25 ਜੁਲਾਈ ਨੂੰ ਸਵੇਰ ਬੋਲਣ ਦੀ ਤਕਲੀਫ, ਬਿਲਕੁਲ ਬੋਲਿਆ ਨਹੀਂ ਗਿਆ। ਤਾਂ ਫਿਰ ਅਸੀਂ ਜਦੋਂ ਲੈ ਕੇ ਆਏ ਆ, ਇਹਨਾਂ ਨੇ ਦੇਖਿਆ, ਐਂਜੀਓਗ੍ਰਾਫੀ ਕੀਤੀ। ਐਂਜੀਓਗ੍ਰਾਫੀ ਵਿੱਚ 75% ਬਲੋਕੇਜ ਆਈ। ਫਿਰ ਇਹਨਾਂ ਨੇ ਕਿਹਾ ਵੀ ਸਾਨੂੰ ਸਟੈਂਟਿੰਗ ਕਰਨੀ ਪਊਗੀ। ਫਿਰ ਇਹਨਾਂ ਨੇ ਦੂਸਰੇ ਦਿਨ ਹੀ 3 ਅਗਸਤ ਨੂੰ ਸਟੈਂਟਿੰਗ ਕੀਤੀ ਤੇ ਉਸ ਤੋਂ ਬਾਅਦ ਹੁਣ 3 ਮਹੀਨੇ ਹੋ ਗਏ ਆ, ਹੁਣ ਬਿਲਕੁਲ ਠੀਕ ਬੋਲਦੇ ਆ। 2 ਮਹੀਨੇ ਸਪੀਚ ਥੈਰੇਪੀ ਹੋਈ, ਹੁਣ ਬਿਲਕੁਲ ਠੀਕ ਬੋਲਦੇ। 94% 95% ਠੀਕ ਹੈਗੇ। ਤੁਸੀਂ ਹੋਰ ਹਸਪੀਟਲ ਗਏ ਸੀ, ਉੱਥੇ ਕੀ ਕਿਹਾ ਗਿਆ ਉਹਨਾਂ ਨੇ? ਪਹਿਲਾਂ ਅਸੀਂ ਫਰੀਦਕੋਟ ਮੈਡੀਕਲ ਹਸਪੀਟਲ ਗਏ ਸੀ, ਉੱਥੇ ਨਿਊਰੋਲੋਜਿਸਟ ਬਹੁਤ ਅੱਛੇ ਹੈ ਉਹਨਾਂ ਦੇ, ਪਰ ਉਹ ਮੈਡੀਸਨ ਦੇ ਹੈ ਨਾ, ਉਹਨਾਂ ਨੇ ਕਹਿੰਦੇ ਵੀ ਇੱਥੇ ਉਹ ਨਹੀਂ ਹੈ, ਐਂਜੀਓਗ੍ਰਾਫੀ ਦੀ ਸਟੈਂਟਿੰਗ ਵਗੈਰਾ ਦਾ ਫਰੀਦਕੋਟ ਮੈਡੀਕਲ 'ਚ ਪ੍ਰਬੰਧ ਨਹੀਂ ਹੈ, ਇਸ ਲਈ ਉਹਨਾਂ ਨੇ ਸਾਨੂੰ CMC ਭੇਜ ਦਿੱਤਾ। ਉਧਰ ਸਮਰਾਲਾ ਵਿਖੇ ਸਰਕਾਰੀ ਸਹੂਲਤਾਂ ਲਈ ਲੋਕਾਂ ਦੇ ਫਾਰਮ ਭਰਨ ਨੂੰ ਲੈ ਕੇ ਇੱਕ ਸੁਵਿਧਾ ਕੈਂਪ ਲਗਾਇਆ ਗਿਆ, ਜਿਸ ਦੇ ਵਿੱਚ ਆਏ ਹੋਏ ਲੋਕਾਂ ਨੇ ਸਰਕਾਰੀ ਸਹੂਲਤਾਂ ਦੇ ਦਾਅਵਿਆਂ ਦੀ ਹੀ ਪੋਲ ਖੋਲ ਕੇ ਰੱਖ ਦਿੱਤੀ। ਉਹਨਾਂ ਕਿਹਾ ਕਿ ਸਰਕਾਰ ਦੇ ਵੱਲੋਂ ਸਿਰਫ ਵਾਅਦੇ ਹੀ ਕੀਤੇ ਜਾਂਦੇ ਨੇ, ਹੋਰ ਕੁਝ ਨਹੀਂ ਹੈ। ਸਾਡੇ ਮੁੱਖ ਮੰਤਰੀ ਚਰਨਜੀਤ ਸਿੰਘ ਜੀ ਕੰਨਿਓ ਅੱਜ ਸਾਰੇ ਪੰਜਾਬ ਦੇ ਵਿੱਚ ਸੁਵਿਧਾ ਕੇਂਦਰ ਦੇ ਵਿੱਚ ਤਕਰੀਬਨ 15 ਆਈਟਮਾਂ ਨੇ, ਜਿਸ ਦੇ ਵਿੱਚ ਕੋਈ ਮਿਊਨਿਸਪਲ ਕਮੇਟੀ ਦੇ ਨਕਸ਼ੇ ਪਾਸ ਹੋਣੇ ਵਾਲੇ ਆ, 5-5 ਮਰਲੇ ਪਲਾਟ ਨੇ, ਲੋਕਾਂ ਦੇ ਪੈਨਸ਼ਨਾਂ ਨੇ, ਸਗਨ ਸਕੀਮ ਹੈ, ਜਾਂ ਹੋਰ ਵੀ ਜਿਹੜੇ ਹੈਗੇ ਕੰਮ ਲੋਕ ਲੈ ਕੇ ਆਏ ਨੇ ਗੱਲ, ਉਹਨਾਂ ਨੂੰ ਪਹਿਲ ਦੇ ਆਧਾਰ 'ਤੇ ਅੱਜ ਕਰਾ ਕੇ ਅਸੀਂ 1 ਮਹੀਨੇ ਦੇ ਵਿੱਚ ਫਾਰਮ ਭਰ ਕੇ ਕੰਪਲੀਟ ਕਰ ਦਾਂਗੇ। ਪਹਿਲਾਂ ਵੀ ਸਾਡੀ ਸਰਕਾਰ ਨੇ 4.5 ਸਾਲ ਦੇ ਵਿੱਚ 80% ਕੰਮ ਪੂਰੇ ਕਰ ਦਿੱਤੇ ਨੇ ਗੱਲ, ਜਿਹੜੇ 20% ਰਹਿੰਦੇ ਅਸੀਂ 2 ਮਹੀਨਿਆਂ 'ਚ ਉਹਨੂੰ ਕੰਪਲੀਟ ਕਰ ਦਾਂਗੇ। ਜੋ ਸਾਡਾ ਚੋਣ ਮੈਨੀਫੈਸਟੋ ਦਾ ਉਹਨੂੰ ਇਨ ਸਾਰਾ ਹੀ ਲਾਗੂ ਹੋ ਜੀ। ਮੈਨੂੰ ਸਾਹਿਬ ਬਿਜਲੀ ਦੇ ਬਿੱਲਾਂ ਨਾਲ ਲੋਕਾਂ ਨੂੰ ਜ਼ਿਆਦਾ ਫਾਇਦਾ ਹੋ ਰਿਹਾ, ਆਪਣੇ ਏਰੀਆ ਦੇ ਵਿੱਚ ਕਿੰਨਾ ਕੁ ਹੋ ਰਿਹਾ ਜੀ? ਦੇਖੋ ਬਿਜਲੀ ਦੇ ਬਿੱਲ 2 ਕਿਲੋ ਵਾਟ ਤੇ ਘੱਟ ਜਿਹੜੇ ਹੈਗੇ ਉਹ ਸਾਰਿਆਂ ਦੀ ਮਾਫੀ ਹੈ। ਫਿਗਰ ਆ ਜਾਊ, ਫਿਰ ਤੁਹਾਨੂੰ ਫਿਗਰ ਦੱਸਦਾ ਕਿੰਨੀ ਹੋਊ। ਕਿਹੜਾ ਪਿੰਡ? ਪਿੰਡ ਘਲਾਲਾ ਜੀ ਸਾਡਾ। ਅੱਛਾ, ਜਿਹੜੇ ਅੱਜ ਸਕੀਮ ਦੇ ਰਹੇ ਸਰਕਾਰ ਵੱਲੋਂ, ਉਹ ਜੀ ਸਕੀਮਾਂ ਦੇ ਰਹੀਆਂ ਨੇ, ਜਿਨ੍ਹਾਂ ਲਈ ਸਕੀਮਾਂ ਹੈਗੀਆਂ ਉਹਨਾਂ ਲਈ ਉਹ ਦੇ ਰਹੇ ਨੇ, ਸਾਡੇ ਲਈ ਕੋਈ ਸਕੀਮ ਨਹੀਂ ਹੈਗੀ ਇਹਦੇ ਵਿੱਚ। ਠੀਕ ਹੈ ਜੀ। 5 ਮਰਲੇ ਪਲਾਟ ਦੱਸਿਆ ਹੋਇਆ ਵਾ, ਪਿੰਡਾਂ ਦੇ ਵਿੱਚੋਂ ਅਸੀਂ ਕੱਟ ਕੇ ਦੇਵਾਂਗੇ। ਹੁਣ ਤੱਕ ਸਾਡੇ ਮਕਾਨ ਚੋਂਦੇ ਰਹੇ ਨੇ, ਅਸੀਂ ਥੱਲੇ ਆ ਕੇ ਮਰਨ ਨੂੰ ਤਿਆਰ ਸੀਗਾ, ਹੁਣ ਤੱਕ ਸਾਨੂੰ ਕੋਈ ਸਕੀਮ ਨਹੀਂ ਮਿਲੀ। ਠੀਕ ਹੈ ਜੀ। ਹੁਣ ਇਸ ਟਾਈਮ ਅਸੀਂ ਬਿਆਸ ਤੇ ਚੱਕ ਕੇ ਰੁਪਈਏ ਮਕਾਨ ਲੈ ਲਏ ਜੀ। ਉਹ ਕਹਿੰਦੇ ਨੇ ਤੁਹਾਨੂੰ ਨਰੇਗਾ 'ਚ ਨਾ ਕਿਹਨੇ ਦੇਤਾ। ਠੀਕ ਹੈ ਜੀ। ਨਰੇਗਾ 'ਚ ਨਾ ਕਿਹਨੇ ਦਿੱਤਾ, ਇਹਨਾਂ ਨੇ ਮਕਾਨ ਵਧੀਆ ਲੈ ਲਏ। ਜਦੋਂ ਤਾਂ ਦੇਖਿਆ ਨਹੀਂ ਹੈਗਾ ਵੀ ਜਦੋਂ ਬੱਚੇ ਇੰਨੇ ਕੁ ਸੀਗੇ, ਜਦ ਤੋਂ ਸਾਨੂੰ ਕੋਈ ਸਹੂਲਤ ਨਹੀਂ ਨਾ ਮਿਲੀ।
ਸਾਨੂੰ ਕੋਈ ਸਹੂਲਤਾਂ ਨਹੀਂ ਮਿਲੀਆਂ ਹੈਗੀਆਂ। ਤੁਸੀਂ ਕਹਿੰਦੇ ਲੋਕਡਾਊਨ 'ਚ ਸਾਨੂੰ ਕਿਸੇ ਨੇ ਪੁੱਛਿਆ ਨਹੀਂ ਜਾਂ ਸਰਪੰਚ ਵੱਲੋਂ? ਨਾ, ਸਾਨੂੰ ਕੁਛ ਨੇ ਨਹੀਂ ਪੁੱਛਿਆ। ਸਰਪੰਚਾਂ ਪੰਚਾਂ ਨੂੰ ਅਸੀਂ ਫੋਨ ਵੀ ਕੀਤੇ ਨੇ ਵੀ ਸਾਨੂੰ ਮੈਡੀਸਿਨ ਦੀ ਲੋੜ ਆ, ਬੱਚੇ ਬਿਮਾਰ ਨੇ ਘਰ ਦੇ ਵਿੱਚ, ਸਾਨੂੰ ਕਿਸੇ ਨੇ ਵੀ ਨਹੀਂ ਸੁਣੀ ਸਾਡੀ। ਸਮਰਾਲਾ ਸ਼ਹਿਰ ਦੇ ਵਿੱਚ ਤੇ ਕੱਲ੍ਹ ਨੂੰ ਸੁਣਿਆ ਵੀ ਮੱਛਵਾੜਾ ਦੇ ਵਿੱਚ ਇੱਕ ਕੈਂਪ ਲੱਗ ਰਿਹਾ, ਜਿਹਦੇ ਵਿੱਚ ਸਰਕਾਰ ਆਪਣੀਆਂ ਜਿਹੜੀਆਂ ਫੈਸਿਲਿਟੀਆਂ ਇਹਨਾਂ ਨੇ ਦੇਣੇ ਦਾ ਵਾਅਦਾ ਬਹੁਤ ਲੰਬੇ ਸਮੇਂ ਤੋਂ ਕੀਤਾ ਸੀ, ਉਹਦੇ ਫਾਰਮ ਭਰ ਰਹੀ ਹੈ। ਇਸੇ ਤਰੀਕੇ ਦੇ ਫਾਰਮ ਅੱਜ ਤੋਂ ਤਕਰੀਬਨ ਜੇ ਆਪਾਂ ਲਾਈਏ 5 ਸਾਲ ਪਹਿਲਾਂ ਵੀ ਭਰੇ ਗਏ ਸੀ, ਜਦੋਂ ਸਰਕਾਰ ਨੇ ਕਿਹਾ ਸੀ ਵੀ ਅਸੀਂ ਫੈਸਿਲਿਟੀਆਂ ਦੇਣ ਲਈ, ਚਾਹੇ ਉਹ ਕਰਜ਼ੇ ਦੇ ਸੀ ਚਾਹੇ ਉਹ ਮਕਾਨਾਂ ਦੇ ਸੀ, ਸਾਰੇ ਇਹ ਕਰ ਰਹੇ ਨੇ। ਦੂਜੇ ਪਾਸੇ ਬੜੀ ਹਾਸੋਹੀਣੀ ਗੱਲ ਆ ਵੀ ਜਿਹੜਾ ਪਿੱਛੇ ਜਿਹਾ ਜ਼ਿਆਦਾ ਇਹਨਾਂ ਨੇ ਪ੍ਰਚਾਰ ਕਰ ਰਹੇ ਨੇ ਵੀ ਜਿਹੜਾ ਬਿਜਲੀ ਦੇ ਜਦ ਸਰਕਾਰ ਕੋਲ ਸਾਰਾ ਡਾਟਾ ਹੈ, ਉਹਨਾਂ ਨੂੰ ਇਹ ਵੀ ਪਤਾ ਵੀ ਕਿਹਦੇ ਕੋਲ 2 ਕਿਲੋਵਾਟ ਦਾ ਕਨੈਕਸ਼ਨ ਆ, ਉਹਦਾ ਕਿੰਨਾ ਪੈਂਡੈਂਸੀ ਆ, ਫਿਰ ਇਹ ਕਿਉਂ ਫਾਰਮ ਭਰਾ ਕੇ ਫਿਰ ਇਹ ਕਿਉਂ ਉਸ ਡਰਾਮਿਆਂ ਦੇ ਉੱਤੇ ਆ ਰਹੇ ਨੇ। ਕੇਵਲ ਤੇ ਕੇਵਲ ਪਬਲਿਸਿਟੀ ਦੇ ਸਟੰਟ ਨੇ। ਮੈਂ ਇਹ ਵੀ ਧੰਨਵਾਦ ਕਰਦਾ ਜੇ ਕਿਸੇ ਦਾ ਬਿੱਲ ਮਾਫ ਹੋ ਰਿਹਾ ਤਾਂ ਉਹਨਾਂ ਦਾ ਸਰਕਾਰ ਦਾ ਧੰਨਵਾਦ ਆ ਵੀ ਉਹ ਕਰ ਰਹੀ ਆ, ਪਰ ਇਹ ਡਰਾਮੇਬਾਜ਼ੀ ਤੋਂ ਬਾਅਦ ਜਾਵੇ। ਕੇਵਲ ਫਾਰਮ ਭਰਨ ਨਾਲ ਕੋਈ ਇਹ ਸ਼ੋਅ ਨਹੀਂ ਹੋ ਸਕਦਾ। ਹੁਣ ਭਾਰਤੀ ਵਾਲਮੀਕੀ ਧਰਮ ਸਮਾਜ ਦੇ ਵੱਲੋਂ 31 ਅਕਤੂਬਰ 2021 ਦਿਨ ਐਤਵਾਰ ਨੂੰ ਗੁਰੂ ਨਾਨਕ ਦੇਵ ਭਵਨ ਨੇੜੇ ਭਾਰਤਨਗਰ ਚੌਂਕ ਦੇ ਵਿੱਚ ਇੱਕ ਵਿਸ਼ਾਲ ਸਮਾਗਮ ਕਰਵਾਇਆ ਜਾ ਰਿਹਾ। ਸਮਾਗਮ ਦੇ ਵਿੱਚ ਭਾਵਾਦਸ ਦੇ ਰਾਸ਼ਟਰੀ ਮੁੱਖ ਸੰਚਾਲਕ ਵੀਰ ਸ਼੍ਰੇਸ਼ਠ ਨਰੇਸ਼ ਤਿਗਾਨ ਅਤੇ ਵੀਰ ਚੰਦਰਪਾਲ ਅਨਾਰਿਆ ਵੀ ਵਿਸ਼ੇਸ਼ ਤੌਰ ਤੇ ਪਹੁੰਚਣਗੇ। ਇਸ ਸਮਾਗਮ ਨੂੰ ਲੈ ਕੇ ਅੱਜ ਪ੍ਰਬੰਧਕਾਂ ਦੇ ਵੱਲੋਂ ਅਹਿਮ ਬੈਠਕ ਕੀਤੀ ਗਈ, ਜਿਸ ਤੋਂ ਬਾਅਦ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕੀਤਾ ਗਿਆ। ਪਰਮਾਤਮਾ ਸ੍ਰਿਸ਼ਟੀਕਰਤਾ ਭਗਵਾਨ ਵਾਲਮੀਕੀ ਮਹਾਰਾਜ ਜੀ ਦੇ ਪਾਵਨ ਪ੍ਰਗਟ ਦਿਵਸ ਦੇ ਉਪਲਕਸ਼ ਦੇ ਵਿੱਚ ਇੱਕ ਵਿਸ਼ਾਲ ਸਮਾਗਮ ਜਿਹੜਾ ਵਾ 31 ਅਕਤੂਬਰ ਨੂੰ ਸਵੇਰ 11 ਵਜੇ ਗੁਰੂ ਨਾਨਕ ਭਵਨ ਦੇ ਵਿੱਚ ਜੋ ਭਾਰਤੀ ਵਾਲਮੀਕੀ ਧਰਮ ਸਮਾਜ ਭਾਵਾਦਸ ਵੱਲੋਂ ਹਰ ਸਾਲ ਹੁੰਦਾ ਵਾ, ਉਹ ਕਰਨ ਵਾਸਤੇ ਜਾ ਰਹੇ ਹਾਂ, ਜਿਹਦੇ ਵਿੱਚ ਬਹੁਤ ਹੀ ਸਤਿਕਾਰਯੋਗ ਧਾਰਮਿਕ ਸਮਾਜਿਕ ਅਤੇ ਰਾਜਨੀਤਿਕ ਆਗੂ ਸਾਹਿਬਾਨ ਵਿਸ਼ੇਸ਼ ਰੂਪ ਦੇ ਵਿੱਚ ਪਹੁੰਚ ਰਹੇ ਆ। ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਾ ਮੈਂ ਕਿ ਸਵੇਰ 11 ਵਜੇ ਗੁਰੂ ਨਾਨਕ ਭਵਨ ਦੇ ਵਿੱਚ 31 ਅਕਤੂਬਰ ਨੂੰ ਦਿਨ ਐਤਵਾਰ ਪਹੁੰਚ ਕੇ ਪਰਮਪਿਤਾ ਪਰਮਾਤਮਾ ਭਗਵਾਨ ਵਾਲਮੀਕੀ ਮਹਾਰਾਜ ਜੀ ਦਾ ਜਿੱਥੇ ਆਸ਼ੀਰਵਾਦ ਪ੍ਰਾਪਤ ਕਰਨਾ ਵਾ, ਉੱਥੇ ਹੀ ਪੰਜਾਬ ਦੇ ਬਹੁਤ ਹੀ ਸਤਿਕਾਰਯੋਗ ਮੁੱਖ ਮੰਤਰੀ ਸਰਦਾਰ ਚਰਨਜੀਤ ਸਿੰਘ ਚੰਨੀ ਸਾਹਿਬ ਮੁੱਖ ਮਹਿਮਾਨ ਹੋਣਗੇ ਅਤੇ ਉਹਨਾਂ ਦੇ ਨਾਲ ਡਿਪਟੀ ਮੁੱਖ ਮੰਤਰੀ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਸਾਹਿਬ ਉਹ ਵੀ ਮੁੱਖ ਮਹਿਮਾਨ ਵਜੋਂ ਅਤੇ ਸ੍ਰੀ ਭਾਰਤ ਭੂਸ਼ਣ ਆਸ਼ੂ ਜੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣਗੇ। ਰਾਏਕੋਟ ਵਿਖੇ ਐਸਬੀਆਈ ਦੇ ਵੱਲੋਂ ਲੋਨ ਮੇਲੇ ਦਾ ਪ੍ਰਬੰਧ ਕੀਤਾ ਗਿਆ। ਇਸ ਲੋਨ ਮੇਲੇ ਕੈਂਪ ਦੀ ਅਗਵਾਈ ਚੀਫ ਮੈਨੇਜਰ ਵਿਕਾਸ ਚੌਰਸੀਆ ਨੇ ਕੀਤੀ ਹੈ। ਲੋਨ ਮੇਲੇ ਦੇ ਵਿੱਚ 81,50,000 ਦੇ ਕਰਜ਼ਿਆਂ ਦੀ ਵੰਡ ਨੂੰ ਮਨਜ਼ੂਰੀ ਦਿੱਤੀ ਗਈ ਹੈ। ਇਸ ਮੌਕੇ ਬੈਂਕ ਅਧਿਕਾਰੀ ਨੇ ਕਿਹਾ ਕਿ ਲੋਕਾਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਹੋਇਆਂ ਉਹਨਾਂ ਦੇ ਵੱਲੋਂ ਇਸ ਲੋਨ ਮੇਲੇ ਦੇ ਕੈਂਪ ਦਾ ਪ੍ਰਬੰਧ ਕੀਤਾ ਗਿਆ। ने एक प्रोग्राम रखा हुआ है क्रेडिट आउटरीच प्रोग्राम। इस प्रोग्राम के अंदर जो समाज के गरीब लोग हैं, जो अनएम्प्लॉयड लोग हैं, उनको रोज़गार देने के लिए जो गवर्नमेंट की स्कीम्स है उसके अंदर हम लोगों को लोन के लिए सैंक्शन लेटर दे रहे हैं। जो भी एलिजिबल लोग हैं उनको हमने बुलाया हुआ है। हमने आसपास की ब्रांचें जो हमारी SBI की हैं उनके भी जो अनएम्प्लॉयड लोग हैं या एग्रीकल्चर सेगमेंट के जो बेनिफिशियरी हैं उनको यहाँ बुला के और सैंक्शन लेटर दे रहे हैं। गवर्नमेंट की जो भी डायरेक्टिव स्कीम्स है उसके अंदर हम ये प्रोग्राम कर रहे हैं और हमारे आसपास के ब्रांच मैनेजर्स भी आए हुए हैं और एक अच्छा खासा अमाउंट लोगों के लाइफ को अपलिफ्ट करने के लिए, उनको रोज़गार देने के लिए बैंक मुहैया करा रहा है। आपको पता है कि स्टेट बैंक हमेशा ही समाज के काम करने के लिए और देश की प्रोग्रेस के साथ कंधे से कंधा मिलाकर चला है और उसी प्रोग्राम को हम आगे बढ़ा रहे हैं कि लोगों को एम्प्लॉयमेंट देने के लिए फिनेंशियल सपोर्ट दे रहे हैं। ਅਸੀਂ ਬਹੁਤ ਧੰਨਵਾਦੀ ਹਾਂ SBI ਬੈਂਕ ਦੇ ਤੇ ਸਰਕਾਰ ਦੇ ਜਿਨ੍ਹਾਂ ਨੇ ਯੋਜਨਾ ਦਿੱਤੀ ਤੇ SBI ਬੈਂਕ ਨੇ ਬੜੇ ਹੀ ਸੁਚੱਜੇ ਤਰੀਕੇ ਨਾਲ ਲੋਨ ਦੇ ਰਿਹਾ। ਅਸੀਂ ਸਾਰੇ ਸਟਾਫ ਦਾ SBI ਬੈਂਕ ਦਾ ਬਹੁਤ ਧੰਨਵਾਦ ਆ ਜਿਨ੍ਹਾਂ ਨੇ ਸਾਨੂੰ ਬੁਲਾ ਕੇ ਇੱਥੇ ਸਾਡੇ ਲੋਨ ਮਨਜ਼ੂਰ ਕੀਤੇ ਸੀ। ਇਹਨਾਂ ਦੇ ਬਹੁਤ ਧੰਨਵਾਦ ਸਰ। ਇਸ ਬਾਰੇ ਮੈਂ ਇਹੀ ਕਹਿ ਸਕਦੀ ਹਾਂ ਵੀ ਸਰਕਾਰ ਦੀ ਬਹੁਤ ਵਧੀਆ ਸਕੀਮ ਆ ਇਹ। SBI ਬੈਂਕ ਦੇ ਸਟਾਫ ਦੀ ਸਭ ਨੇ ਸਾਨੂੰ ਜਿਹੜੇ ਸਕੀਮ ਦਿੱਤੀ ਆ, ਸਾਨੂੰ ਜਾਣੂ ਕਰਵਾਇਆ ਵਾ ਵੀ ਕੀ ਤੁਸੀਂ ਬੈਂਕ ਤੋਂ ਫਾਇਦਾ ਲੈ ਸਕਦੇ ਹੋ, ਜਿਹਦੇ ਨਾਲ ਅਸੀਂ ਵਧੀਆ ਰੁਜ਼ਗਾਰ ਸ਼ੁਰੂ ਕਰ ਸਕਦੇ ਹਾਂ। ਕੋਈ ਵੀ ਰੁਜ਼ਗਾਰ ਵੀ ਜਿਹਦੇ 'ਚ ਸਾਨੂੰ ਲੇਡੀਜ਼ ਨੂੰ ਵੀ ਬੈਨੀਫਿਟ ਹੋ ਜਾਵੇ। ਜਿਵੇਂ ਤੁਹਾਡਾ ਲੋਨ ਪਾਸ ਹੋਇਆ, ਤੁਸੀਂ ਇਹਦਾ ਕੋਈ ਕਾਰੋਬਾਰ ਸ਼ੁਰੂ ਕਰਨਾ ਤੇ ਤੁਹਾਡਾ ਕੋਈ ਡ੍ਰੀਮ ਸੀ ਜਾਂ ਕਿਵੇਂ? ਹਾਂਜੀ ਸਰ, ਸਾਡਾ ਪਹਿਲਾਂ ਵੀ ਡੈਰੀ ਫਾਰਮਿੰਗ ਦਾ ਕੰਮ ਹੈਗਾ ਵਾ। ਅਸੀਂ ਉਹਦੇ ਵਿੱਚ ਵਾਧਾ ਕਰਨਾ ਚਾਹੁੰਦੇ ਹਾਂ ਤਾਂ ਕਿ ਵੀ ਸਾਨੂੰ ਵੀ ਹੋਰ ਆਪ ਨੂੰ ਵੀ ਆਮਦਨੀ ਦਾ ਸਾਧਨ ਵਿੱਚ ਵੀ ਲਾਭ ਹੋ ਸਕੇ। ਸੰਗਤਾਂ ਨੂੰ ਵੱਖ-ਵੱਖ ਗੁਰਧਾਮਾਂ ਦੇ ਦਰਸ਼ਨ ਦੀਦਾਰ ਕਰਵਾਉਣ ਦੇ ਲਈ ਲੁਧਿਆਣਾ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਫ੍ਰੀ ਬੱਸ ਸੇਵਾ ਦੀ ਸ਼ੁਰੂਆਤ ਕੀਤੀ ਗਈ ਹੈ, ਜਿਸ ਨੂੰ ਹਲਕਾ ਗਿੱਲ ਦੇ ਸਾਬਕਾ ਵਿਧਾਇਕ ਦਰਸ਼ਨ ਸਿੰਘ ਸ਼ਿਵਾਲਕ ਦੇ ਵੱਲੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ ਹੈ। ਪਹਿਲੇ ਜੱਥੇ ਦੀ ਅਗਵਾਈ ਸਾਬਕਾ ਕੌਂਸਲਰ ਬੀਬੀ ਪਰਮਜੀਤ ਕੌਰ ਸ਼ਿਵਾਲਕ ਨੇ ਕੀਤੀ ਹੈ। ਇਹ ਜੱਥਾ ਸ਼੍ਰੀ ਦਰਬਾਰ ਸਾਹਿਬ ਦੇ ਲਈ ਰਵਾਨਾ ਹੋਇਆ।
ਹਲਕਾ ਗਿੱਲ ਦੇ ਵਿੱਚ ਮੁਫਤ ਬੱਸ ਸੇਵਾ ਗੁਰੂ ਘਰ ਦੇ ਦਰਸ਼ਨਾਂ ਵਾਸਤੇ ਕੀਤੀ ਗਈ ਆ। ਅੱਜ ਇਸਤਰੀ ਵਿੰਗ ਦੇ ਜਿਹੜੇ ਮੈਂਬਰ ਸਾਹਿਬਾਨ ਨੇ, ਪ੍ਰਧਾਨ ਸਾਹਿਬਾਨ ਨੇ, ਵਰਕਰ ਸਾਹਿਬਾਨ ਨੇ, ਪਰਮਜੀਤ ਸ਼ਿਵਾਲਕ ਸਾਬਕਾ ਕੌਂਸਲਰ ਦੀ ਅਗਵਾਈ ਵਿੱਚ ਸ੍ਰੀ ਅੰਮ੍ਰਿਤਸਰ ਦੇ ਦਰਸ਼ਨਾਂ ਵਾਸਤੇ ਜੱਥਾ ਇੱਥੋਂ ਰਵਾਨਾ ਕੀਤਾ ਗਿਆ ਵਾ। ਸੋ ਹਲਕੇ ਦੇ ਭਲੇ ਵਾਸਤੇ, ਹਲਕੇ ਦੀ ਤੰਦਰੁਸਤੀ ਵਾਸਤੇ, ਸਰਬੱਤ ਦੇ ਭਲੇ ਵਾਸਤੇ ਕਾਮਨਾ ਕਰਨ ਗਏ ਨੇ। ਸੋ ਇਹਦੇ ਵਿੱਚ ਜ਼ਿਲ੍ਹਾ ਪ੍ਰਧਾਨ ਜਿਹੜੇ ਖਾਸ ਤੌਰ 'ਤੇ ਕਾਫਲੇ ਵਿੱਚ ਸ਼ਾਮਿਲ ਸੀਗੇ, ਬੀਬੀ ਕਿਰਨਦੀਪ ਕੌਰ ਜੋ ਕਿ ਜ਼ਿਲ੍ਹੇ ਦੇ ਪ੍ਰਧਾਨ ਨੇ ਦਿਹਾਤੀ ਦੇ, ਉਹਨਾਂ ਦੇ ਨਾਲ ਸਾਡੇ ਐਸਸੀ ਵਿੰਗ ਦੇ ਪ੍ਰਧਾਨ, ਬੀਸੀ ਵਿੰਗ ਦੇ ਪ੍ਰਧਾਨ ਅਤੇ ਜਨਰਲ ਵਿੰਗ ਦੇ ਪ੍ਰਧਾਨ, ਅਤੇ ਨਾਲ ਉਹਨਾਂ ਦੇ ਜਿਹੜੇ ਵੱਖ-ਵੱਖ ਜ਼ੋਨਾਂ ਦੇ ਪ੍ਰਧਾਨ ਸਾਹਿਬਾਨ ਸੀਗੇ, ਉਹ ਅਤੇ ਤਕਰੀਬਨ ਮੇਰੇ ਖਿਆਲ 45 ਮੈਂਬਰ ਸਾਹਿਬਾਨ ਗਏ ਨੇ। ਅੱਜ ਅਸੀਂ ਅੰਮ੍ਰਿਤਸਰ ਹਰਿਮੰਦਰ ਸਾਹਿਬ ਸਾਰੀ ਸੰਗਤ ਜਥੇਬੰਦੀ ਇਸਤਰੀ ਅਕਾਲੀ ਦਲ ਜਥੇਬੰਦੀ ਅਸੀਂ ਸਾਰੇ ਜਣੇ ਗਿੱਲ ਹਲਕੇ ਦੇ ਭਲੇ ਵਾਸਤੇ ਜਾ ਰਹੇ ਹਾਂ, ਚੜ੍ਹਦੀ ਕਲਾ ਵਾਸਤੇ ਜਾ ਰਹੇ ਹੈਗੇ ਹਾਂ। ਅਤੇ ਸਾਰੀਆਂ ਬੀਬੀਆਂ ਨੂੰ ਬੜੀ ਖੁਸ਼ੀ ਹੈ ਵੀ ਅਸੀਂ ਅੱਜ ਹਰਿਮੰਦਰ ਸਾਹਿਬ ਜਾ ਕੇ ਅਤੇ ਤੰਦਰੁਸਤੀ ਅਤੇ ਚੜ੍ਹਦੀ ਕਲਾ ਵਾਸਤੇ ਅਰਦਾਸ ਕਰਕੇ ਆਈਏ। ਸੱਚੇ ਪਾਤਸ਼ਾਹ ਸਾਰਿਆਂ ਦਾ ਪਰਮਾਤਮਾ ਤੰਦਰੁਸਤੀ ਬਖਸ਼ੇ। ਡਾਈਟ ਹੈਲਥ ਅਵੇਅਰਨੈਸ ਸੰਸਥਾ ਦੇ ਵੱਲੋਂ ਲੁਧਿਆਣਾ ਦੇ ਏਕਜੋਤ ਵਿਕਲਾਂਗ ਕੇਂਦਰ ਦਾ ਦੌਰਾ ਕੀਤਾ ਗਿਆ। ਮੀਡੀਆ ਨਾਲ ਗੱਲਬਾਤ ਕਰਦਿਆਂ ਹੋਇਆਂ ਉਹਨਾਂ ਜਿੱਥੇ ਸੰਸਥਾ ਵੱਲੋਂ ਦਿੱਤੀਆਂ ਜਾ ਰਹੀਆਂ ਸਹਾਇਤਾ ਦੇ ਬਾਰੇ ਜਾਣਕਾਰੀ ਸਾਂਝੀ ਕੀਤੀ, ਉੱਥੇ ਉਹਨਾਂ ਸਮਾਜ ਦੇ ਵਿੱਚ ਵੀ ਲੋਕਾਂ ਨੂੰ ਅਜਿਹੇ ਜ਼ਰੂਰਤਮੰਦ ਲੋਕਾਂ ਦੀ ਮਦਦ ਕਰਨ ਦੇ ਲਈ ਅੱਗੇ ਆਉਣ ਦੀ ਅਪੀਲ ਕੀਤੀ ਹੈ। ਇਸ ਮੌਕੇ ਸੰਸਥਾ ਦੇ ਵੱਲੋਂ ਵਿਕਲਾਂਗ ਬੱਚਿਆਂ ਨੂੰ ਜ਼ਰੂਰਤ ਦਾ ਸਮਾਨ ਵੀ ਤਕਸੀਮ ਕੀਤਾ ਗਿਆ। ਅੱਜ ਅਸੀਂ ਡਾਈਟ ਵੈਲ ਹੈਲਥ ਅਵੇਅਰਨੈਸ ਕਲੱਬ ਵੱਲੋਂ ਏਕਜੋਤ ਵਿਕਲਾਂਗ ਕੇਂਦਰ ਆਏ ਹਾਂ। ਇੱਥੇ ਅਸੀਂ ਡੋਨੇਸ਼ਨਸ ਦੇਣ ਆਏ ਹਾਂ। ਗਰੀਬ ਬੱਚੇ ਇੱਥੇ ਹੈਂਡੀਕੈਪ, ਡਿਸੇਬਲ ਚਿਲਡਰਨ ਹੈ, ਅੰਧੇ ਬਲਾਈਂਡ ਲੋਕ ਹੈ, ਡੈਫ ਐਂਡ ਡੰਬ ਲੋਕ ਹੈ, ਇਹਨਾਂ ਨੂੰ ਬਹੁਤ ਸਹਾਇਤਾ ਦੀ ਜ਼ਰੂਰਤ ਹੈ। ਅਸੀਂ ਅੱਜ ਇਹਨਾਂ ਵਾਸਤੇ ਇੱਥੇ ਲੰਗਰ ਲਗਾਇਆ ਹੈ ਡਾਈਟ ਵੈਲ ਕਲੱਬ ਵੱਲੋਂ। ਇਸ ਤੋਂ ਇਲਾਵਾ ਇੱਥੇ ਅਸੀਂ ਸਵੀਟਸ, ਬਲੈਂਕਟਸ, ਕੁਇਲਸ ਅਤੇ ਹੋਰ ਕਾਫੀ ਖਾਣ ਪੀਣ ਦਾ ਸਮਾਨ ਬੱਚਿਆਂ ਨੂੰ ਦਿੱਤਾ ਹੈ। ਸਵੈਟ ਸ਼ਰਟਸ ਡੋਨੇਟ ਕਰ ਰਹੇ ਹਾਂ ਅਤੇ ਅਸੀਂ ਚਾਹੁੰਦੇ ਹਾਂ ਤੁਸੀਂ ਸਭ ਲੁਧਿਆਣਾ ਵਾਸੀ ਇੱਥੇ ਆਓ, ਆਪਣਾ ਥੋੜ੍ਹਾ ਯੋਗਦਾਨ ਦਿਓ। ਬਹੁਤ ਅੱਛਾ ਇੱਥੇ ਚਲਾ ਰਹੇ ਹੈ, ਜੋ ਮੈਡਮ ਚਲਾ ਰਹੇ ਹੈ ਇੱਥੋਂ ਦੇ ਏਕਜੋਤ ਵਿਕਲਾਂਗ ਕੇਂਦਰ ਦੇ, ਬੜਾ ਅੱਛਾ ਸਿਸਟਮ ਹੈ ਇੱਥੇ। ਬਲਾਈਂਡ ਬੱਚਿਆਂ ਨੂੰ ਇੱਥੇ ਗਾਣਾ ਗਾਉਣ ਦਾ ਮੌਕਾ ਦੇ ਰਹੇ ਹੈ। ਬਹੁਤ ਕੁਝ ਇੱਥੇ ਆ ਕੇ ਸਿੱਖਣ ਨੂੰ ਮਿਲਿਆ ਹੈ। ਸਾਨੂੰ ਅੱਗੇ ਆ ਕੇ ਸਾਰਿਆਂ ਨੂੰ ਲੁਧਿਆਣਾ ਵਾਸੀਆਂ ਨੂੰ ਯੋਗਦਾਨ ਦੇਣਾ ਚਾਹੀਦਾ ਹੈ ਇਹੋ ਜਿਹੇ ਡੋਨੇਸ਼ਨਸ ਦੇ ਵਿੱਚ। ਜਮਾਲਪੁਰ ਵਿਖੇ ਇੱਕ ਨਿੱਜੀ ਸੰਸਥਾ ਅਤੇ ਕਲਾਕਾਰ ਅਮਰ ਸਿੰਘ ਦੇ ਵੱਲੋਂ ਗ੍ਰੀਨ ਦੀਵਾਲੀ ਦਾ ਸੁਨੇਹਾ ਦਿੰਦਿਆਂ ਹੋਇਆਂ ਇੱਕ ਪੇਂਟਿੰਗ ਨੂੰ ਲੋਕ ਅਰਪਿਤ ਕੀਤਾ ਗਿਆ। ਪੱਤਰਕਾਰ ਨਾਲ ਗੱਲਬਾਤ ਕਰਦਿਆਂ ਹੋਇਆਂ ਪ੍ਰਬੰਧਕਾਂ ਨੇ ਕਿਹਾ ਹੈ ਕਿ ਪੇਂਟਿੰਗ ਬਣਾਉਣ ਦਾ ਇੱਕੋ ਇੱਕ ਮਕਸਦ ਹੈ ਲੋਕਾਂ ਨੂੰ ਜਾਗਰੂਕ ਕਰਨਾ। ਪਰ ਦੀਵਾਲੀ ਮੌਕੇ ਲੋਕ ਪਟਾਕੇ ਨਾ ਚਲਾਉਣ ਤਾਂ ਜੋ ਵਾਤਾਵਰਣ ਨੂੰ ਸਾਫ਼ ਰੱਖਿਆ ਜਾ ਸਕੇ ਅਤੇ ਬਿਮਾਰੀਆਂ ਤੋਂ ਲੋਕਾਂ ਨੂੰ ਬਚਾਇਆ ਜਾ ਸਕੇ। ਇਹ ਪੇਂਟਿੰਗ ਬਣਾਈ ਹੈ, ਇਹਦੇ ਥਰੂ ਇਹਨਾਂ ਨੇ ਮੈਸੇਜ ਦਿੱਤਾ ਹੈ ਕਿ ਦੀਵਾਲੀ ਦੇ ਉੱਤੇ ਪਟਾਕੇ ਘੱਟੋ ਘੱਟ ਚਲਾਏ ਜਾਣ ਤਾਂ ਕਿ ਪੋਲਿਊਸ਼ਨ ਘੱਟ ਹੋਵੇ। ਔਰ ਸਾਡੀ ਸੁਸਾਇਟੀ ਦੇ ਵਿੱਚ ਇੱਕ ਮੈਸੇਜ ਅਸੀਂ ਦੇਣਾ ਚਾਹ ਰਹੇ ਹਾਂ ਕਿ ਗ੍ਰੀਨ ਦੀਵਾਲੀ ਮਨਾਈ ਜਾਏ। ਤੁਸੀਂ ਦੀਏ ਜਲਾਓ, ਘੀ ਦੇ ਦੀਏ ਜਲਾਓ, ਤੇਲ ਦੇ ਦੀਏ ਜਲਾਓ। ਉਸ ਤੋਂ ਇਲਾਵਾ ਪਲਾਂਟੇਸ਼ਨ ਕਰੋ। ਬਾਕੀ ਵੀ ਜੋ ਹੋਰ ਤਰੀਕੇ ਨੇ ਦੀਵਾਲੀ ਮਨਾਉਣ ਦੇ, ਤਾਂ ਪੋਲਿਊਸ਼ਨ ਘੱਟੋ ਘੱਟ ਕੀਤਾ ਜਾਵੇ, ਕਿਉਂਕਿ ਬਹੁਤ ਸਾਰੇ ਲੋਕ ਜਿਨ੍ਹਾਂ ਨੂੰ ਅਸਥਮਾ ਦੀ ਪ੍ਰੋਬਲਮ ਹੁੰਦੀ ਹੈ ਜਾਂ ਸਾਡੇ ਈਵਨ ਕਿ ਸਾਡੇ ਪੈਟਸ ਹੈ, ਸਾਡੇ ਅਗਰ ਗਲੀਆਂ ਦੇ ਵਿੱਚ ਦੇਖੋ ਸਟਰੀਟ ਡੌਗਸ ਹੈ, ਇਹਨਾਂ ਸਭ ਨੂੰ ਕਾਫੀ ਪ੍ਰੋਬਲਮ ਆਉਂਦੀ ਹੈ ਪੋਲਿਊਸ਼ਨ ਦੇ ਥਰੂ ਔਰ ਪਟਾਕਿਆਂ ਦੀ ਆਵਾਜ਼ ਦੇ ਥਰੂ। ਤੋ ਸਾਡਾ ਮੈਸੇਜ ਇਹੀ ਹੈ ਕਿ ਘੱਟੋ ਘੱਟ ਪਟਾਕੇ ਜਲਾਏ ਜਾਣ ਅਤੇ ਦੀਵਾਲੀ ਨੂੰ ਵਧੀਆ ਢੰਗ ਨਾਲ ਮਨਾਇਆ ਜਾਏ। ਓਲੀਵਰ ਕਿਡਸ ਦੀ ਸਿਵਲ ਲਾਈਨ ਅਤੇ BRS ਨਗਰ ਬ੍ਰਾਂਚ ਦੇ ਵਿੱਚ ਹੈਲੋਵੀਨ ਡੇ ਬੜੀ ਹੀ ਧੂਮਧਾਮ ਨਾਲ ਮਨਾਇਆ ਗਿਆ। ਸਕੂਲੀ ਬੱਚਿਆਂ ਦੇ ਵੱਲੋਂ ਵੀ ਵੱਖ-ਵੱਖ ਤਰ੍ਹਾਂ ਦੇ ਗੋਸ਼ਤ ਦੇ ਮੁਖੌਟੇ ਪਕਾਏ ਗਏ। ਇਸ ਮੌਕੇ ਵੱਖ-ਵੱਖ ਗੇਮਸ ਅਤੇ ਡਾਂਸ ਗਤੀਵਿਧੀਆਂ ਵਿੱਚ ਵੀ ਬੱਚਿਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਇਸ ਮੌਕੇ ਬੱਚਿਆਂ ਦੀ ਹੌਸਲਾ ਅਫਜ਼ਾਈ ਦੇ ਲਈ ਉਹਨਾਂ ਨੂੰ ਇਨਾਮ ਵੀ ਤਕਸੀਮ ਕੀਤੇ ਗਏ। प्रिंसिपल हूँ। आज हमने हेलोवीन पार्टी ऑर्गेनाइज़ की है जो कि 31 अक्टूबर को सेलिब्रेट होता है। तो इसमें हमारे स्कूल में बहुत सारे बच्चे हैं जो कि 6 महीने से भी डे केयर में रह रहे हैं। 6 मंथ्स का बच्चा है जो डे केयर में है। यहाँ तक स्कूल से बच्चे अलग अलग डिफरेंट स्कूल से बच्चे भी आ रहे हैं जो इसमें पार्टिसिपेट कर रहे हैं और सब बच्चों ने पार्टिसिपेशन की है। बहुत सारी एक्टिविटीज़ हमने ऑर्गेनाइज़ की है, जैसे कि फीडिंग द घोस्ट किया है बॉल के साथ। बच्चों ने बहुत इंजॉय किया। बच्चों को डांसेस करवाए हैं, बच्चे बहुत अच्छी ड्रेसअप होकर आए हैं। उनके कॉस्ट्यूम्स जो हैं सब घोस्ट के अकॉर्डिंग ही पेरेंट्स ने भी तैयार किए हैं, कुछ टीचर्स ने यहाँ मिल के तैयार किया। सबके एफर्ट से आज हम ये पार्टी ऑर्गेनाइज़ कर रहे हैं। सर ये हेलोवीन पार्टी जो है इसका मतलब वैसे
तो हेलो मीन्स है हेलो, एंड होली इवनिंग है ये, इवन मीन्स इवनिंग। तो ये होली इवनिंग्स के लिए, घोस्ट के लिए ये ऑर्गेनाइज की जाती है, ज़्यादातर फॉरेन कंट्रीज़ में होती है, पर आजकल हम इंडिया में भी इसे बहुत ज़ोर शोरों से मना रहे हैं। ਲੁਧਿਆਣਾ ਦੇ ਗ੍ਰੈਂਡ ਵਾਕ ਮਾਲ ਵਿਖੇ ਮਿਸ ਐਂਡ ਮਿਸਿਸ ਨਾਰਥ ਇੰਡੀਆ ਦੇ ਆਡੀਸ਼ਨ ਕਰਵਾਏ ਗਏ, ਜਿਸ ਵਿੱਚ ਹਿੱਸਾ ਲੈਣ ਵਾਲੀਆਂ ਮਹਿਲਾਵਾਂ ਅਤੇ ਲੜਕੀਆਂ ਦੇ ਲਈ ਫ੍ਰੀ ਮੇਕਅਪ, ਬ੍ਰੇਕਫਾਸਟ ਅਤੇ ਫੋਟੋ ਸ਼ੂਟ ਦੀ ਸੁਵਿਧਾ ਵੀ ਉਪਲਬਧ ਕਰਵਾਈ ਗਈ ਹੈ। ਇਸ ਵਿੱਚ ਸਨਾ ਸਟੂਡੀਓ ਤੋਂ ਸਨਾ, ਕਾਵਿਆ ਸੋਨੀ ਅਤੇ ਜੱਜ ਪੈਨਲ ਦੇ ਵਿੱਚ ਡਾਈਟੀਸ਼ੀਅਨ ਮਨਕਿਰਤ ਕੌਰ ਵੀ ਸ਼ਾਮਲ ਹੋਏ। सोनी फ्रॉम लेडी लॉन जिम एंड डांस एकेडमी। आज हमारे यहाँ गली हाउस में ऑडिशन चल रहे हैं जो कि मिस एंड मिसेस नॉर्थ इंडिया के नाम से करवाए गए हैं। ये इवेंट मैं और स्विंकी चोपड़ा यानी कि काव्या और स्विंकी चोपड़ा जी मिलकर करवा रहे हैं। हमारा पर्पस ये है ये करवाने का शो कि हम लेडीज़ का, गर्ल्स का टैलेंट बाहर निकाल सके। जो भी गर्ल्स अपने घर में बैठी हैं जो टैलेंट बाहर निकालना चाहती हैं, मैं उनको मोटिवेट करूँगी कि आप आओ और अपना टैलेंट दिखाओ, और मैं उनके पेरेंट्स को भी बोलूँगी कि आप उनको मोटिवेट करो और यहाँ पे लेके आओ। हमारे पास यहाँ से हमने पूरा नॉर्थ इंडिया कवर किया है। हमारे पास यहाँ पे हैदराबाद से गर्ल्स आई हैं, नाइजीरिया से आई हैं, और बड़ा अच्छा इवेंट गया हमारा ये ऑडिशंस का। माय नेम इज़ सना फ्रॉम सना स्टूडियो। आज हम यहाँ पे ऑडिशंस लेके आए हैं गली हाउस में, और हमारा फर्स्ट ऑडिशन था चंडीगढ़ में, और हम मोस्टली हम बच्चों के इवेंट्स करवाते हैं, बट इस बार हम पेजेंट लेके आए हैं, और ये मिस एंड मिसिस नॉर्थ इंडिया का है। ये यहाँ पे ऑडिशंस पे पूरी नॉर्थ से पार्टिसिपेट्स आए थे और सभी बहुत अच्छे लग रहे थे। थैंक यू सो मच। हमारे शो करवाने का मतलब यही है कि जो आज हमने देखा कोई मतलब छोटे छोटे गांव से भी आई हुई थी गर्ल्स, उन लोगों को हम यही बोलेंगे कि आप थोड़ा सा मतलब कि इस लाइन में आएँ और थोड़ा आगे बढ़ने। ना मनप्रीत कौर आ, मैं संगरूर तो आई हाँ, तो जिमें कि सब का ही सुपना होंदा खुद नूं अगे विखाउण दा, ते मैं भी इसे लिए आई हाँ। तो इत्थे एक वधिया मौका मिल रहा सारे कैंडीडेट नूं अपने आप नूं प्रूफ करन दा, ते इत्थे सब कुछ बहुत वधिया रहा। सारे जजेस से वो भी सपोर्टिव ने, सब नूं बहुत सपोर्ट कर रहे हैं, तो इत्थे आके असीं बहुत इंजॉय किया। तो जिन्ना औखा मैनूं लगदा सी उन्ना औखा है नहीं, बहुत वधिया है सब कुछ इत्थे। बस यही कहना चाहिए। घर वालों तो मैं तुहानूं दस्सिया ही, घरदियां तो ये भी नहीं पता कि हुंदा की आ, पर दस के मैं अगे आउणा चाहुंदी हाँ। हाँ जी, घर मैं पापा नाल आई हाँ इत्थे। जरूर लेना चाहिए, जिहदा सपना है उन्होंने तो लेना ही चाहिए। एक बारी सब नूं वेखना चाहिए किवें है। मैनूं भी एवें लगदा सी पता नहीं की होगा, मैं तो होगा कि नहीं होगा, पर मैं कर सकती हाँ। मैं कर सकती हाँ तो हर कोई कर सकदा, मैनूं लगदा एवें। ਰਾਏਕੋਟ ਵਿਖੇ ਵਾਤਾਵਰਣ ਪ੍ਰਦੂਸ਼ਣ ਮੁਕਤ ਬਣਾਉਣ ਦੀ ਕਵਾਇਦ ਨੂੰ ਆਨਲਾਈਨ CNG ਸਟੇਸ਼ਨ ਲੋਕ ਅਰਪਿਤ ਕੀਤਾ ਗਿਆ। ਫਤਿਹਗੜ੍ਹ ਸਾਹਿਬ ਤੋਂ ਸਾਂਸਦ ਡਾਕਟਰ ਅਮਰ ਸਿੰਘ ਅਤੇ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਦੇ ਵੱਲੋਂ ਸਾਂਝੇ ਤੌਰ ਤੇ ਇਸ ਦਾ ਉਦਘਾਟਨ ਕੀਤਾ ਗਿਆ। ਤੁਹਾਨੂੰ ਦੱਸ ਦਈਏ ਕਿ ਰਾਏਕੋਟ ਦੇ ਖਪਤਕਾਰਾਂ ਨੂੰ CNG 67 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਉਪਲਬਧ ਹੋਵੇਗੀ। ਮੇਰਾ ਨਾਮ ਹਰਦੀਪ ਸਿੰਘ ਰਾਏ, ਮੈਂ CEO ਥਿੰਕ ਗੈਸ ਦਾ। ਅਸੀਂ ਇੱਥੇ ਹੁਣ ਪੰਜਾਬ 'ਚ ਅੱਜ ਸਾਡਾ ਪਹਿਲਾ ਥਿੰਕ ਗੈਸ ਬ੍ਰਾਂਡਡ ਪੰਪ ਸ਼ੁਰੂ ਕੀਤਾ ਹੋਇਆ ਇੱਥੇ ਰਾਏਕੋਟ। ਸਾਡੇ ਹੁਣ ਇੱਥੇ ਪੰਜਾਬ ਦੇ ਵਿੱਚ ਹੁਣ 25 ਪੰਪ ਹੋ ਗਏ ਸ਼ੁਰੂ ਚੱਲਦੇ ਆ, ਅਤੇ ਇਹ ਸਾਡਾ ਪਹਿਲਾ ਥਿੰਕ ਗੈਸ ਬ੍ਰਾਂਡਡ ਪੰਪ ਆ। ਅਸੀਂ ਹੋਰ ਐਡ ਕਰੂੰਗੇ ਅਗਲੇ ਮਹੀਨੇ 'ਚ, ਸਾਲਾਂ 'ਚ, ਅਤੇ ਇੱਥੇ ਹੋਰ ਲੋਕੀ ਦੇਖਣਗੇ ਥਿੰਕ ਗੈਸ ਪੰਪ ਖੁੱਲ੍ਹੇ ਹੋਣਗੇ। ਲਈ ਬਹੁਤ ਹੀ ਖੁਸ਼ੀ ਵਾਲਾ ਅੱਜ ਦਿਨ ਹੈ ਕਿ ਆਪਣੇ ਹਲਕੇ 'ਚ ਲੁਧਿਆਣੇ ਜ਼ਿਲ੍ਹੇ 'ਚ ਪਹਿਲਾ ਜਿਹੜਾ ਪੈਟਰੋਲ ਪੰਪ ਹੈਗਾ, ਪੈਟਰੋਲ ਪੰਪ ਆਪਾਂ ਕਹੀ ਜਾਂਦੇ ਹਾਂ, ਪਰ CNG ਪੰਪ ਜਿਹੜਾ ਹੈਗਾ ਉਹ ਪਹਿਲਾ ਇੱਥੇ ਖੁੱਲ੍ਹਿਆ। ਔਰ ਮੈਨੂੰ ਔਰ DC ਸਾਹਿਬ ਨੂੰ ਔਰ CO ਸਾਹਿਬ, ਅਸੀਂ ਕਿਸਮਤ ਵਾਲੇ ਹਾਂ ਕਿ ਅਸੀਂ ਇਹਦਾ ਉਦਘਾਟਨ ਕੀਤਾ ਹੈਗਾ। ਔਰ ਇਹ ਕਿਉਂਕਿ ਉੱਥੇ ਵੀ ਗੱਲ ਹੋਈ ਸੀ, ਇਹ CNG ਫਿਊਚਰ ਫਿਊਲ ਹੈਗਾ, ਇਹਦੇ 'ਤੇ ਸਾਰੀ ਦੁਨੀਆ ਨੇ ਇਹਦੇ 'ਤੇ ਚੱਲਣਾ ਹੈਗਾ। ਇਹਦੇ 'ਤੇ ਸਾਡੇ ਤਾਂ ਜਿਹੜੀ ਕਲੋਨੀ 'ਚ ਮੈਂ ਰਹਿੰਦਾ ਉਹਨੇ ਉੱਥੇ ਗੈਸ ਸ਼ੁਰੂ ਵੀ ਹੋ ਗਈ ਆ, ਅਤੇ ਗੱਡੀਆਂ ਵੀ ਚੱਲਣੀਆਂ ਨੇ, ਟੈਕਸੀਆਂ ਵੀ ਚੱਲਣੀਆਂ, ਕਾਰਾਂ ਵੀ ਚੱਲਣੀਆਂ, ਮੋਟਰਸਾਈਕਲ ਵੀ, ਔਰ ਕਾਰਖਾਨੇ ਵੀ ਇਹਦੇ 'ਤੇ ਖੁੱਲ੍ਹਣੇ ਆ। ਫਿਊਚਰ ਫਿਊਲ ਹੈਗਾ। ਮੈਂ ਸਮਝਦਾ ਥਿੰਕ ਗੈਸ ਵਾਲਿਆਂ ਨੇ ਬਹੁਤ ਵੱਡਾ ਇਨੀਸ਼ੀਏਟਿਵ ਲਿਆ। ਮਾਨਯੋਗ MP ਫਤਿਹਗੜ੍ਹ ਸਾਹਿਬ ਡਾਕਟਰ ਅਮਰ ਸਿੰਘ ਜੀ ਰਿਟਾਇਰਡ IAS, ਉਹਨਾਂ ਨੇ ਥਿੰਕ ਗੈਸ ਦੀ ਜਿਹੜੀ ਡਾਇਰੈਕਟ ਆਊਟਲੈਟ ਹੈਗੀ ਹੈ, ਆਮ ਪਾਰਲੈਂਸ ਜਿਹਨੂੰ ਪੰਪ ਕਹਿੰਦੇ ਆ CNG ਪੰਪ, ਉਹਦਾ ਉਦਘਾਟਨ ਰਾਏਕੋਟ 'ਚ ਕੀਤਾ। ਮੈਂ ਥਿੰਕ ਗੈਸ ਕੰਪਨੀ ਨੂੰ ਬਹੁਤ ਇਸ ਉਪਲਬਧੀ ਲਈ ਵਧਾਈ ਦਿੰਦਾ।
ਸੰਦੀਪ ਤ੍ਰੇਹਨ ਜੀ ਔਰ ਹਰਵੀਰ ਰਾਏ ਸਾਹਿਬ, ਜਿਨ੍ਹਾਂ ਨੇ ਸੁਪਨਾ ਲੈ ਕੇ ਇਹਨੂੰ ਸ਼ੁਰੂਆਤ ਕੀਤੀ ਸੀ ਔਰ ਲੁਧਿਆਣੇ ਪੂਰੇ ਸ਼ਹਿਰ ਤੋਂ ਵੀ ਪਹਿਲਾਂ ਰਾਏਕੋਟ ਏਰੀਏ ਨੂੰ ਇਹ ਤੋਹਫਾ ਮਿਲਿਆ ਹੈਗਾ। ਇਸ ਏਰੀਏ 'ਚ ਘਰੋਂ ਘਰੀ ਵੀ ਡਿਸਪੈਂਸ ਹੋ ਰਹੀ ਹੈ। ਇਹ ਕੰਪਨੀ ਦੀ ਵੱਡੀ ਪ੍ਰਾਪਤੀ ਹੈ, ਲੋਕਾਂ ਲਈ ਤੋਹਫਾ ਹੈਗਾ। ਸਾਰਿਆਂ ਨੂੰ ਬਹੁਤ ਵਧਾਈ। ਖਬਰ ਖੰਨਾ ਤੋਂ, ਜਿੱਥੇ ਕਿ ਪੁਲਿਸ ਨੇ ਇੱਕ ਗਿਰੋਹ ਦਾ ਪਰਦਾਫਾਸ਼ ਕੀਤਾ ਜੋ ATM ਦੇ ਕਾਰਡ ਸਕੈਨ ਕਰਕੇ ਐਪ ਦੇ ਰਾਹੀਂ ਅਕਾਊਂਟ ਦੇ ਵਿੱਚੋਂ ਪੈਸੇ ਕਢਵਾ ਕੇ ਠੱਗੀ ਮਾਰਨ ਦਾ ਕੰਮ ਕਰਦਾ ਸੀ। ਇਹ ਗਿਰੋਹ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼ ਦੇ ਵਿੱਚ ਕਾਫੀ ਵਾਰਦਾਤਾਂ ਨੂੰ ਅੰਜਾਮ ਦੇ ਚੁੱਕਿਆ ਤੇ ਪੁਲਿਸ ਨੇ ਕਾਰਵਾਈ ਕਰਦਿਆਂ ਹੋਇਆਂ ਗਿਰੋਹ ਦੇ 3 ਮੈਂਬਰਾਂ ਨੂੰ ਕਾਬੂ ਕੀਤਾ ਹੈ। ਤਿੰਨੋਂ ਮੁਲਜ਼ਮਾਂ ਤੋਂ 35 ਵੱਖ-ਵੱਖ ਬੈਂਕਾਂ ਦੇ ATM ਕਾਰਡਸ, 2 ਮਸ਼ੀਨਾਂ ਵੀ ਬਰਾਮਦ ਕੀਤੀਆਂ ਗਈਆਂ ਨੇ। ਮਾਮਲੇ ਦੀ ਜਾਣਕਾਰੀ ਦਿੰਦਿਆਂ ਹੋਇਆਂ ਥਾਣਾ ਮੁਖੀ ਹਿੰਮਤ ਕੁਮਾਰ ਨੇ ਦੱਸਿਆ ਹੈ ਕਿ ਪੁਲਿਸ ਨੇ ਨਾਕੇਬੰਦੀ ਦੌਰਾਨ ਇਸ ਗਿਰੋਹ ਦੇ ਮੈਂਬਰਾਂ ਨੂੰ ਕਾਬੂ ਕੀਤਾ। ਫਿਲਹਾਲ ਪੁੱਛਗਿੱਛ ਜਾਰੀ ਹੈ। ਜਾ ਰਹੇ ਨੇ ਆਪਣੀ ਤੇ ਇਹਨਾਂ ਨੇ ਇਹ ਮਾਡਰਨ ਤਰੀਕੇ ਨਾਲ, ਟੈਕਨੀਕਲ ਤਰੀਕੇ ਨਾਲ ATM ਦਾ ਡਾਟਾ ਚੋਰੀ ਕਰਕੇ, ATM ਜੇਬ ਕਤਰ ਕੇ ATM ਦਾ ਡਾਟਾ ਟ੍ਰਾਂਸਫਰ ਕਰਕੇ ਕਿਸੇ ਐਪ ਰਾਹੀਂ ਤੇ ਲੋਕਾਂ ਦੇ ਪੈਸੇ ਕਢਾ ਲੈਂਦੇ ਸੀ। ਤੇ ਕਿਸ ਤਰ੍ਹਾਂ ਕੰਮ ਕਰਦੇ ਸੀਗੇ ਜੀ ਇਹਨਾਂ ਤੇ ਜਿਹੜਾ ਇੱਕ ਤੇ ਦਾ ਪਰਚਾ ਦਰਜ ਹੈ, ਜਿਹੜਾ ਕਮਲਜੀਤ ਸਿੰਘ ਉਰਫ ਬਿੱਟੂ, ਇਹਦੇ ਪਹਿਲਾਂ ਵੀ ਮੁਕੱਦਮੇ ਦਰਜ ਹੈ, ਇੱਕ ਤਾਂ ਇੱਥੇ ਜੀਰੇ ਤੇ ਇੱਕ ਰਾਜਪੁਰਾ 420 ਦੇ। ਪਰ ਇਹ ਜਿਹੜਾ ਹੁਣ ਅਸੀਂ ਦੇਖਿਆ ਨਾ ATM ਜੋ ਉਹਦਾ ਪਤਾ ਕੀਤਾ ਵੀ ਸੌਫਟਵੇਅਰ ਨੇ 2 MSR, ਇੱਕ ਮਿਨੀ MSR ਔਰ ਇੱਕ ਵੱਡਾ ਜਿਹੜਾ DX5 ਰੀਡਰ ਜਿਹੜਾ ਵੱਡਾ। ਇਹ ਕੀ ਕਰਦੇ ਸੀ, ਉਹਨਾਂ ਨੂੰ ਪਹਿਲਾਂ ਤਾਂ ਜੇਬ ਪਾਸਵਰਡ ATM ਮਸ਼ੀਨ ਦੇ ਵਿੱਚ ਆਉਂਦੇ ਜਾਂਦੇ ਜਿਹੜੇ ਰਾਹੀਂ ਬੇਗੌਰ ਕਰ ਜਾਂਦੇ ਆਪਾਂ ਵੀ ਦੇਖ ਲੈ ਬਾਗੇ ਸਰੇਆਮ ਲਾ ਲੈਂਦੇ ਆ, ਉਹ ਇਹ ਦੇਖ ਲੈਂਦੇ ਸੀ, ਉਹਨੂੰ ਉਸੇ ਬੰਦੇ ਦੀ ਇਹ ਜੇਬ ਕਤਰ ਦਿੰਦੇ ਸੀ, ਉਹਦਾ ATM ਇਹ MSR ਰਾਹੀਂ ਉਹਦਾ ਡਾਟਾ ਟ੍ਰਾਂਸਫਰ ਕਰ ਲੈਂਦੇ ਸੀ ਸਾਰਾ, ਜੋ ਉਹਦੇ ਵਿੱਚ ਪੈਸਾ ਉਹ ਨਿਕਲਦਾ ਸਿਰਫ 10,000 ਸੀ, ਕਿਉਂਕਿ ਇੱਕ ਟਾਈਮ 'ਚ ਇਹਦੀ ਬਾਉਂਡ ਹੈ ਐਪ ਦੀ। ਇੱਕ ਐਪ ਵੀ ਹੈ ਈਜ਼ੀ MSR ਐਪ ਹੈ, ਜਿਹੜੀ ਮੋਬਾਈਲ 'ਤੇ ਡਾਊਨਲੋਡ ਹੁੰਦੀ ਹੈ, ਪੇਡ ਐਪ ਹੈ, ਉਹਦੇ ਰਾਹੀਂ ਇਹ ਕਰਦੇ ਸੀ। ਜਾਣ ਤੋਂ ਪਹਿਲਾਂ ਇੱਕ ਨਜ਼ਰ ਸੁਰਖੀਆਂ ਤੇ। ਲੁਧਿਆਣਾ ਵਿੱਚ ਪੰਜਾਬ ਪੈਟਰੋਲ ਪੰਪ ਐਸੋਸੀਏਸ਼ਨ ਦੀ ਹੋਈ ਅਹਿਮ ਬੈਠਕ। 7 ਨਵੰਬਰ ਤੋਂ ਪੈਟਰੋਲ ਪੰਪ ਖੁੱਲ੍ਹਣ ਦਾ ਸਮਾਂ ਘਟਾਇਆ। ਸਵੇਰੇ 7 ਵਜੇ ਤੋਂ ਸ਼ਾਮ 5 ਵਜੇ ਤੱਕ ਹੀ ਖੁੱਲ੍ਹਣਗੇ ਪੈਟਰੋਲ ਪੰਪ। 22 ਨਵੰਬਰ ਨੂੰ ਇੱਕ ਦਿਨ ਲਈ ਪੈਟਰੋਲ ਪੰਪ ਬੰਦ ਕਰਨ ਦਾ ਵੀ ਕੀਤਾ ਐਲਾਨ। ਤ੍ਰਿਪੁਰਾ ਦੇ ਵਿੱਚ ਮਸਜਿਦਾਂ ਤੇ ਹੋਏ ਹਮਲੇ ਦੇ ਵਿਰੋਧ ਦੇ ਵਿੱਚ ਮੁਸਲਿਮ ਅਹਿਰਾਰ ਇਸਲਾਮ ਹਿੰਦ ਨੇ ਕੀਤਾ ਪੁਤਲਾ ਫੂਕ ਪ੍ਰਦਰਸ਼ਨ। ਸ਼ਾਹੀ ਇਮਾਮ ਪੰਜਾਬ ਨੇ ਕੀਤੀ ਅਗਵਾਈ। ਦੋਸ਼ੀਆਂ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ। ਦੀਵਾਲੀ ਤੋਂ ਪਹਿਲਾਂ ਸਮਾਜਿਕ ਸੰਸਥਾ ਨੇ ਆਰਟਿਸਟ ਵੱਲੋਂ ਤਿਆਰ ਗ੍ਰੀਨ ਦੀਵਾਲੀ ਦਾ ਪੋਸਟਰ ਕੀਤਾ ਜਾਰੀ। ਲੋਕਾਂ ਨੂੰ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਉਣ ਦਾ ਦਿੱਤਾ ਸੁਨੇਹਾ। ਖੰਨਾ ਪੁਲਿਸ ਨੇ ATM ਲੁੱਟ ਗਿਰੋਹ ਦਾ ਕੀਤਾ ਪਰਦਾਫਾਸ਼। ਗੈਂਗ ਦੇ 3 ਮੈਂਬਰਾਂ ਨੂੰ ਕੀਤਾ ਕਾਬੂ। ATM ਕਾਰਡ ਸਕੈਨ ਕਰਕੇ ਪੈਸੇ ਕੱਢ ਲੈਂਦਾ ਸੀ ਗਿਰੋਹ। 35 ATM ਕਾਰਡ ਅਤੇ 2 ਮਸ਼ੀਨਾਂ ਵੀ ਹੋਈਆਂ ਬਰਾਮਦ। ਫਿਲਹਾਲ ਲੁਧਿਆਣਾ ਖਬਰਨਾਮਾ ਦੇ ਵਿੱਚ ਬਸ ਇੰਨਾ ਹੀ। ਜੇਕਰ ਤੁਸੀਂ ਕੋਈ ਵੀ ਜਾਣਕਾਰੀ ਜਾਂ ਸੁਝਾਅ ਸਾਡੇ ਨਾਲ ਸਾਂਝਾ ਕਰਨਾ ਚਾਹੁੰਦੇ ਹੋ ਤਾਂ news@fastfood.in ਤੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਇਸ ਤੋਂ ਇਲਾਵਾ ਸਾਨੂੰ www.fastfood.in ਤੇ ਆਨਲਾਈਨ ਵੀ ਦੇਖ ਸਕਦੇ ਹੋ। ਮੈਨੂੰ ਤਾਂ ਇਜਾਜ਼ਤ, ਧੰਨਵਾਦ।